ਦੇ ਨਾਲ ਜਿਹੜੀਆਂ ਉਹ ਸਵੈਪਟ ਆਫ ਹੋ ਗਈਆਂ, ਉਹ ਹਟ ਗਈਆਂ। ਇਹ ਲਾਸ ਐਂਜਲਸ ਦੀ ਫਾਇਰ ਡਿਪਾਰਟਮੈਂਟ ਨੇ ਦੱਸਿਆ ਹੈਗਾ। ਬਹੁਤ ਵੱਡੀ ਗਿਣਤੀ ਦੇ ਵਿੱਚ ਡੇਬਰੀ ਰਿਪੋਰਟ ਕੀਤੀ ਗਈ ਆ ਡਿਊਕਸ ਮੈਲਬੂ ਦੇ ਏਰੀਏ ਦੇ ਵਿੱਚ, ਲਾਸ ਫਲੋਰੈਸ ਕੈਨੀਅਨ ਰੋਡ ਦੇ ਉੱਤੇ। ਪੈਸੀਫਿਕ ਕੋਸਟ ਹਾਈਵੇ ਜੋ ਆ ਉਹ ਸ਼ਟ ਡਾਊਨ ਕਰ ਦਿੱਤਾ ਗਿਆ ਹੈਗਾ ਆ। ਚੌਟਾਕੁਆ ਬੁਲੇਵਰਡ ਤੇ ਕਾਰਬਨ ਬੀਚ ਟੈਰਸ ਵਾਲਾ ਜੋ ਏਰੀਆ ਹੈਗਾ, ਕੈਲੀਫੋਰਨੀਆ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਦੇ ਮੁਤਾਬਕ। ਇਸ ਸਟਾਰਮ ਦੇ ਨਾਲ ਜੋ ਹਵਾਵਾਂ ਸੀਗੀਆਂ ਉਹ ਵੀ ਬਹੁਤ ਤੇਜ਼ੀ ਦੇ ਨਾਲ ਚੱਲ ਰਹੀਆਂ ਸੀਗੀਆਂ। ਹੁਣ ਕੱਲ ਉਹਨਾਂ ਨੇ ਟੋਰਨੇਡੋ ਵੀ ਦੀ ਵਾਰਨਿੰਗ ਜਾਰੀ ਕੀਤੀ ਸੀ, ਪਰ ਅੱਜ ਇਹ ਕਹਿ ਰਹੇ ਆ ਵੀ ਜੇ ਆਇਆ ਵੀ ਤਾਂ ਵੀਕ ਆਊਗਾ। ਇਹ ਨੈਸ਼ਨਲ ਵੈਦਰ ਸਰਵਿਸ ਨੇ ਅਪਡੇਟ ਕੀਤੀ ਹੈਗੀ ਆ। ਫਲੈਸ਼ ਫਲੱਡ ਵਾਰਨਿੰਗ ਲਗਾਤਾਰ ਜਾਰੀ ਆ। ਲਾਸ ਐਂਜਲਸ ਕੈਲੀਫੋਰਨੀਆ, ਗਲੈਂਡੇਲ ਕੈਲੀਫੋਰਨੀਆ ਤੇ ਸੈਂਟਾ ਕਲੈਰੀਟਾ ਕੈਲੀਫੋਰਨੀਆ ਏਰੀਏ ਦੇ ਵਿੱਚ ਇਹ ਨੈਸ਼ਨਲ ਵੈਦਰ ਸਰਵਿਸ ਵੱਲੋਂ ਦੱਸਿਆ ਗਿਆ ਆ। ਫਾਇਰ ਕ੍ਰਿਊਜ਼ ਰਿਪੋਰਟ ਕਰ ਰਹੇ ਆ 2 ਗੱਡੀਆਂ ਰੇਨ ਫਲੋਜ਼ ਦੇ ਵਿੱਚ ਟ੍ਰੈਪਡ ਹੋ ਗਈਆਂ। ਇਸ ਤੋਂ ਬਿਨਾਂ ਵੀਰਵਾਰ ਸ਼ਾਮ ਨੂੰ ਇੱਕ ਕਾਰ ਦੇ ਵਿੱਚ ਲੋਕ ਬੈਠੇ ਸੀ ਤੇ ਉਹ ਕਾਰ ਪਾਣੀ ਦੇ ਵਿੱਚ ਹੜ ਗਈ ਤੇ ਲੱਕਲੀ ਉਹਨਾਂ ਨੂੰ ਬਚਾਉਣ ਦੇ ਵਿੱਚ ਕਾਮਯਾਬ ਹੋ ਗਏ ਜੋ ਉੱਥੇ ਦੀ ਫਾਇਰ ਡਿਪਾਰਟਮੈਂਟ ਹੈਗੀ ਆ। ਸੋ ਓਵਰਆਲ ਸਿਚੁਏਸ਼ਨ ਖਾਸ ਕਰਕੇ ਜਿਹੜਾ ਸੈਨ ਗੈਬਰੀਅਲ ਵੈਲੀ ਵਾਲਾ ਏਰੀਆ ਆ, ਜਿੱਥੇ ਈਟਨ ਫਾਇਰ ਦੇ ਨਾਲ 9400 ਘਰ ਸੜ ਕੇ ਸਵਾਹ ਹੋ ਗਏ ਸੀ, 17 ਲੋਕਾਂ ਦੀ ਮੌਤ ਹੋਈ ਸੀ ਤੇ ਉੱਥੇ ਵੀ ਜ਼ਿਆਦਾ ਮੀਂਹ ਪੈਣ ਦੇ ਨਾਲ ਕਾਫੀ ਜ਼ਿਆਦਾ ਨੁਕਸਾਨ ਹੋਇਆ ਆ। ਮਿੱਟੀ ਲਗਾਤਾਰ ਹੜ ਰਹੀ ਹੈਗੀ ਆ ਕਿਉਂਕਿ ਘਾਹ ਫੂਸ ਟਰੀ ਸਾਰੇ ਜਿਹੜੇ ਜਲ ਗਏ ਸੀ। ਸੋ ਸਿਚੁਏਸ਼ਨ ਕਾਫੀ ਬੈਡ ਆ ਉਹਨਾਂ ਏਰੀਏ ਦੇ ਵਿੱਚ ਜਿੱਥੇ ਅੱਗ ਲੱਗੀ ਸੀ। 3 ਇੰਚ ਮੀਂਹ ਜਿਹੜਾ ਆ ਲਾਸ ਐਂਜਲਸ ਡਾਊਨਟਾਊਨ ਦੇ ਵਿੱਚ ਪਿਆ, ਬੈਵਰਲੀ ਹਿੱਲ ਦੇ ਵਿੱਚ ਜਿਹੜਾ ਉਹ ਪਿਆ। ਕੁਛ ਇਲਾਕਿਆਂ ਦੇ ਵਿੱਚ LA ਕਾਊਂਟੀ 'ਚ 5 ਇੰਚ ਤੱਕ ਵੀ ਜਿਹੜਾ ਉਹ ਮੀਂਹ ਪਿਆ ਆ, ਜਿਸ ਕਰਕੇ ਇਹ ਸਾਰੀ ਜਿਹੜੀ ਸਿਚੁਏਸ਼ਨ ਆ ਉਹ ਬਣ ਚੁੱਕੀ ਹੈਗੀ ਆ। ਇਹ ਪਹਿਲਾਂ ਵੀ ਕਿਆਸ ਰਹੀਆਂ ਸੀਗੀਆਂ, ਇਹ ਤੌਖਲੇ ਸੀਗੇ, ਡਰ ਸੀਗਾ ਵੀ ਜੇ ਜ਼ਿਆਦਾ ਮੀਂਹ ਪੈਂਦਾ ਆ ਤਾਂ ਕਿਉਂਕਿ ਸਭ ਕੁਛ ਸੜ ਕੇ ਸਵਾਹ ਹੋ ਚੁੱਕਾ ਆ, ਤਾਂ ਉਸ ਪਾਣੀ ਨੂੰ ਰੋਕਣ ਦੇ ਲਈ ਕੋਈ ਵੀ ਚੀਜ਼ ਨਹੀਂ ਹੋਊਗੀ ਤਾਂ ਉਹਦੇ ਨਾਲ ਮੱਡ ਸਲਾਈਡ, ਲੈਂਡਸਲਾਈਡ ਆਉਣਗੇ ਤੇ ਕੱਲੀਆਂ ਹੜ ਹੀ ਨਹੀਂ ਰਹੀਆਂ, ਇਨਫੈਕਟ ਜਿਹੜੀਆਂ ਸੜਕਾਂ ਆ ਉਹ ਰੁੜ ਵੀ ਰਹੀਆਂ ਆ, ਯਾਨੀ ਕਿ ਟੁੱਟ ਕੇ ਵੀ ਉਹ ਭੰਨੀਆਂ ਜਿਹੜੀਆਂ ਉਹ ਜਾ ਰਹੀਆਂ ਹੈਗੀਆਂ। ਸੋ LA ਡਿਪਾਰਟਮੈਂਟ ਨੇ, ਫਾਇਰ ਡਿਪਾਰਟਮੈਂਟ ਨੇ ਲਾਰਜ ਡੈਬਰੀ ਫਲੋ ਯਾਨੀ ਕਿ ਮਲਬਾ ਪਾਣੀ ਦੇ ਵਿੱਚ ਰੁੜ ਕੇ ਜਿਹੜਾ ਉਹ ਆ ਰਿਹਾ ਸੀ ਤੇ 8-8 ਇੰਚ ਤੱਕ ਕਹਿੰਦੇ ਵੀ ਜਿਹੜੀ ਮਿੱਟੀ ਆ ਉਹ ਕਈ ਰੋਡਸ ਦੇ ਉੱਤੇ ਆਣ ਪਈ ਆ। ਸੋ ਉਸ ਨੂੰ ਹੁਣ ਸਾਫ਼ ਕਰਨ ਨੂੰ ਵੀ ਦੇਖੋ ਕਿੰਨਾ ਵਕਤ ਜਿਹੜਾ ਉਹ ਲੱਗੂਗਾ। ਸੋ ਦੋਹਰੀ ਮਾਰ LA ਕਾਊਂਟੀ ਦੇ ਵਸਨੀਕਾਂ ਨੂੰ, LA ਇਲਾਕੇ ਦੇ ਵਸਨੀਕਾਂ ਨੂੰ ਜਿਹੜੀ ਉਹ ਪੈ ਰਹੀ ਆ। ਜਿੱਥੇ ਪਹਿਲਾਂ ਲੱਗੀਆਂ ਸਾਲ ਦੇ ਸ਼ੁਰੂਆਤ ਦੇ ਵਿੱਚ ਲੱਗੀਆਂ ਅੱਗਾਂ ਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਤੇ ਹੁਣ ਉਸ ਤੋਂ ਬਾਅਦ ਦੇ ਵਿੱਚ ਆ ਰਹੀ ਜਿਹੜੀ ਐਟਮੋਸਫੇਰਿਕ ਮੀਂਹ ਆ ਉਹਦੇ ਨਾਲ ਜਿਹੜੇ ਹੜ੍ਹਾਂ ਦੀ ਮਾਰ, ਮੱਡ ਸਲਾਈਡ ਤੇ ਲੈਂਡਸਲਾਈਡ ਦੇ ਕਰਕੇ ਸਿਚੁਏਸ਼ਨ ਜਿਹੜੀ ਉਹ ਬੈਡ ਬਣਦੀ ਜਾ ਰਹੀ ਹੈਗੀ ਆ। ਇਹ ਆਉਂਦੇ ਦਿਨਾਂ ਦੇ ਵਿੱਚ ਜਿਹੜੀ ਸਥਿਤੀ ਹੈ ਜੇ ਹੋਰ ਵੀ ਬੈਡ ਜਿਹੜੀ ਉਹ ਬਣ ਸਕਦੀ ਆ। ਐਟਮੋਸਫੇਰਿਕ ਰਿਵਰਸ ਇਸ ਹਫਤੇ ਦੇ ਵਿੱਚ ਇੱਕ ਅੱਧੇ ਮੀਂਹ ਜਿਹੜੇ ਆ ਹੋਰ ਦੱਸਦੇ ਨੇ ਇਸ ਵੀਕਐਂਡ ਦੇ ਉੱਤੇ ਜਿਹੜੇ ਮੀਂਹ ਆ ਉਹ ਹੋਰ ਪੈ ਸਕਦੇ ਹੈਗੇ ਨੇ। ਸੋ ਆਮ ਲੋਕਾਂ ਨੂੰ ਹਾਈ ਰਿਸਕ ਫਲੱਡ ਦੀ ਜਿਹੜੀਆਂ ਵਾਰਨਿੰਗਸ ਆ ਉਹ ਘੱਲੀਆਂ ਗਈਆਂ ਆ। ਅੱਜ ਫਰਾਈਡੇ ਤੱਕ ਇਸ ਜਿਹੜੇ ਮੀਂਹ ਦੇ ਸਟਾਰਮ ਦੇ ਸਿਚੁਏਸ਼ਨ ਜਿਹੜੀ ਉਹ ਦੱਸੀ ਗਈ ਹੈਗੀ ਆ। ਪਰ ਹੁਣ ਕਹਿੰਦੇ ਵੀ ਇਸ ਤੋਂ ਬਾਅਦ ਦੇ ਵਿੱਚ ਜਿਹੜਾ ਫੈਬਰਵਰੀ ਦਾ ਬਾਕੀ ਦੇ ਦਿਨ ਨੇ ਉਹ ਥੋੜੇ ਖੁਸ਼ਕ ਜਿਹੜੇ ਉਹ ਰਹਿਣਗੇ। ਘੱਟ ਥਾਵਾਂ ਦੇ ਉੱਤੇ ਇਵੈਕੂਏਸ਼ਨ ਜਿਹੜੀਆਂ ਵਾਰਨਿੰਗਸ ਆ ਉਹ ਜਾਰੀ ਕੀਤੀਆਂ ਆ ਤੇ ਐਲਟਾਡੀਨਾ ਵਾਲਾ ਜਿਹੜਾ ਪੈਸਾਡੀਨਾ ਇਲਾਕਾ ਹੈ ਉਹਦੇ ਕੁਛ ਇਲਾਕਿਆਂ ਦੇ ਵਿੱਚ ਮੈਂਡੇਟੋਰੀ ਇਵੈਕੂਏਸ਼ਨ ਆਰਡਰ ਜਿਹੜੇ ਆ ਉਹ ਜਾਰੀ ਕੀਤੇ ਗਏ ਹੈਗੇ ਨੇ। ਸੋ ਸਾਰਿਆਂ ਨੂੰ ਵਿਸ਼ੇਸ਼ ਤੌਰ ਦੇ ਉੱਤੇ ਇਹਨਾਂ ਇਲਾਕਿਆਂ ਦੇ ਵਿੱਚ ਧਿਆਨ ਰੱਖਣ ਦੀ ਜ਼ਰੂਰਤ ਹੈਗੀ ਆ, ਧਿਆਨ ਦੇਣ ਦੀ ਜ਼ਰੂਰਤ ਦੱਸੀ ਜਾ ਰਹੀ ਆ। ਅਗਲੀ ਜਿਹੜੀ ਹਰਜੋਤ ਦੀ ਗੱਲ ਕਰਦੇ ਜਾਈਏ, ਵਾਈਸ ਪ੍ਰੈਜ਼ੀਡੈਂਟ JD ਵੈਂਸ ਗਏ ਸੀਗੇ ਯੂਰਪ ਦੇ ਵਿੱਚ ਤੇ ਯੂਰਪ ਵਾਲੇ ਸੋਚ ਰਹੇ ਸੀ ਵੀ ਯੂਕਰੇਨ ਵਾਰ ਨੂੰ ਲੈ ਕੇ, ਜਿਸ ਦੇ ਬਾਰੇ ਟਰੰਪ ਹੁਣੀ ਥਾਪੀਆਂ ਮਾਰ ਕੇ ਕਹਿੰਦੇ ਰਹੇ ਵੀ ਭਾਈ ਅਸੀਂ ਤਾਂ ਪਹਿਲੇ ਦਿਨ ਜਿਹੜੀ ਹੈ ਜੰਗ ਰੁਕਵਾ ਦੇਣੀ ਆ, ਪਰ ਅਜੇ ਤੱਕ ਉਹ ਜੰਗ ਰੁਕੀ ਤਾਂ ਨਹੀਂ
ਹਾਂ ਗੱਲਬਾਤ ਜਿਹੜੀ ਕਹਿੰਦੇ ਵੀ ਮੈਂ ਸ਼ੁਰੂ ਕਰ ਚੁੱਕਾ ਹੈਗਾ ਆ। ਕੱਲ ਜਿਹੜੀ ਉਹਨਾਂ ਦੀ ਪ੍ਰੈਜ਼ੀਡੈਂਟ ਪੁਤਿਨ ਦੇ ਨਾਲ ਵੀ ਰੂਸ ਵਾਲੇ ਦੇ ਨਾਲ ਗੱਲਬਾਤ ਹੋਈ ਸੀ। ਜਿਹੜੀ ਵੈਂਸ ਨੇ ਉੱਥੇ ਜਿਹੜੀ ਸਿਕਿਉਰਿਟੀ ਕਾਨਫਰੰਸ ਮਿਊਨਿਕ ਦੇ ਵਿੱਚ ਹੋ ਰਹੀ ਸੀ, ਉਸ ਬਾਬਤ ਕਿ ਉਹਨਾਂ ਨੇ ਯੂਕਰੇਨ ਦੀ ਵਾਰ, ਚਾਈਨਾ ਦੇ ਜਿਹੜੇ ਖਤਰੇ ਆ ਉਸ ਦੇ ਉੱਤੇ ਬਹੁਤੀ ਗੱਲ ਨਾ ਕਰਕੇ ਹੋਏ, ਜੋ ਅਮਰੀਕਾ ਦੇ ਵਿੱਚ ਜਿਹੜੀ ਪੋਲਿਟਿਕਸ ਸੀਗੀ, ਕਹਿੰਦੇ ਵੀ ਜਿਹੜੀ ਰਿਲੀਜੀਅਸ ਲਿਬਰਟੀ ਤੇ ਫ੍ਰੀ ਸਪੀਚ ਆ ਉਸ ਦੇ ਉੱਤੇ ਜ਼ਿਆਦਾ ਜ਼ੋਰ ਦਿੱਤਾ। ਕਹਿੰਦੇ ਵੀ ਤੁਹਾਡੇ ਮੌਕੇ ਤੁਹਾਡੇ ਵਾਲੇ ਪਾਸੇ ਇਸ ਟਾਈਮ ਸਥਿਤੀ ਜਿਹੜੀ ਉਹ ਬੜੀ ਚੰਗੀ ਨਹੀਂ ਹੈ। ਕਹਿੰਦੇ ਵੀ ਜਦੋਂ ਤੁਸੀਂ ਰਾਈਟ ਵਿੰਗ ਵਾਲਿਆਂ ਨੂੰ, ਕੰਜ਼ਰਵੇਟਿਵਸ ਨੂੰ ਖੁੱਡੇ ਲਾ ਦਿੰਦੇ ਆ ਤਾਂ ਫਿਰ ਉਹ ਡੈਮੋਕ੍ਰੈਟਿਕ ਪ੍ਰੋਸੈਸ ਦੇ ਵਿੱਚ ਹਿੱਸਾ ਨਹੀਂ ਲੈਂਦੇ ਤੇ ਉਹ ਓਵਰਆਲ ਖਤਰੇ ਵਾਲੀ ਗੱਲ ਬਣ ਜਾਂਦੀ ਆ। ਤੇ ਉਹਨਾਂ ਨੇ ਕਿਹਾ ਵੀ ਜਿਹੜਾ ਥ੍ਰੈਟ ਆ ਫਰੋਮ ਵਿਦਨ ਹੈਗਾ ਆ, ਰੂਸ ਦੇ ਉੱਤੇ ਉਹਨਾਂ ਨੇ ਇੱਕ ਵੀ ਉਂਗਲ ਨਹੀਂ ਜਿਹੜੀ ਉਹ ਚੱਕੀ ਹੈਗੀ। ਸੋ ਰੂਸ ਦੇ ਨਾਲ ਇੰਨਾ ਜਿਹੜਾ ਪ੍ਰੇਮ ਆ, ਜਦ ਕਿ ਉਹ ਯੂਰਪ ਦੇ ਵਿੱਚ ਹਿੱਸਿਆਂ ਨੂੰ ਆਪਣੇ ਅਧੀਨ ਫੋਰਸ ਦੇ ਨਾਲ ਲੈ ਰਿਹਾ ਆ, ਤਾਂ ਉਸ ਦੇ ਉੱਤੇ ਹੁਣ ਲੋਕ ਸਵਾਲ ਜਿਹੜੇ ਉਹ ਨਾਲ ਦੇ ਨਾਲ ਕਰ ਰਹੇ ਹੈਗੇ ਨੇ। ਇੱਕ ਜਿਹੜੀ ਚੀਜ਼ ਉਹਨਾਂ ਨੇ ਹੋਰ ਉੱਥੇ ਜਿਹੜੀ ਆਖੀ, ਕਹਿੰਦੀ ਵੀ ਜਿਹੜੀ ਮਾਸ ਮਾਈਗ੍ਰੇਸ਼ਨ ਆ, ਜੋ ਅਮਰੀਕਾ ਦੇ ਵਿੱਚ ਮਾਈਗ੍ਰੇਸ਼ਨ, ਇਮੀਗ੍ਰੇਸ਼ਨ ਦਾ ਮੁੱਦਾ ਸੀ, ਉਹ ਉਹਨਾਂ ਨੇ ਯੂਰਪ ਦੇ ਵਿੱਚ ਵੀ ਉਸ ਉਭਾਰਿਆ ਹੈਗਾ ਆ। ਉੱਥੇ ਵੀ ਆਲਰੇਡੀ ਇਮੀਗ੍ਰੇਸ਼ਨ ਨੂੰ ਲੈ ਕੇ ਕਈ ਤਰੀਕੇ ਦੇ ਜਿਹੜੇ ਆ ਉਹ ਕਹਿ ਲਓ ਵੀ ਅਟਕਲ ਪੱਚੂ ਜਿਹੜੇ ਉਹ ਚੱਲ ਰਹੇ ਨੇ। ਸੋ ਉੱਥੇ ਵੀ ਜਿਹੜਾ ਰਾਈਟ ਵਿੰਗ, ਲੈਫਟ ਵਿੰਗ ਦਾ ਇਹ ਜਿਹੜੇ ਸਿੰਘ ਆ ਉਹ ਫਸਦੇ ਹੈਗੇ ਨੇ। ਸੋ ਜਿਹੜੇ ਵਾਈਸ ਪ੍ਰੈਜ਼ੀਡੈਂਟ JD ਵੈਂਸ ਆ, ਉਹਨਾਂ ਨੇ ਉੱਥੇ ਜਿਹੜੀ ਸਿਕਿਉਰਿਟੀ ਕਾਨਫਰੰਸ ਦੇ ਵਿੱਚ ਸਪੀਚ ਦੇ ਕੇ ਉਸ ਮੁੱਦੇ ਨੂੰ ਜਿਹੜਾ ਹੁਣ ਖਾਸਾ ਇੱਕ ਵਾਰੀ ਫੇਰ ਉਭਾਰ ਦਿੱਤਾ ਹੈਗਾ ਆ। ਤੇ ਐਲਾਈਜ਼ ਦੇ ਨਾਲ ਜਿਹੜੇ ਯੂਰਪ ਦੇ ਐਲਾਈਜ਼ ਆ, ਉਹਨਾਂ ਦੇ ਨਾਲ ਇੱਕ ਹਿਸਾਬ ਦੇ ਨਾਲ ਜਿਹੜੀਆਂ ਟੈਨਸ਼ਨਸ ਆ ਉਹ ਵੀ ਕਹਿੰਦੇ ਜਗ ਜ਼ਾਹਰ ਹੋ ਰਹੀਆਂ ਆ, ਇਨਟੂ ਓਪਨ ਜਿਹੜੀਆਂ ਉਹ ਆ ਚੁੱਕੀਆਂ ਹੈਗੀਆਂ ਆ। ਸੋ ਇਹ ਦੇਖੋ ਹੁਣ ਅੱਗੇ ਕੀ ਹੁੰਦਾ ਆ। ਹਾਈ ਲੈਵਲ ਸਿਕਿਉਰਿਟੀ ਗੈਦਰਿੰਗ ਜਿਹੜੀ ਹੋਣੀ ਸੀ, ਇਹ ਵੀ ਚੀਜ਼ ਜਿਹੜੀ ਹਰਜੋਤ ਸਿੰਘ ਜੀ ਦੇਖੀ ਗਈ ਵੀ ਮਿਊਨਿਕ ਦੇ ਵਿੱਚ ਇਸ ਕਾਨਫਰੰਸ ਤੋਂ ਪਹਿਲਾਂ ਇੱਕ ਜਾਣੇ ਨੇ ਗੱਡੀ ਜਿਹੜੀ ਆ ਫੇਰ ਭੀੜ ਦੇ ਉੱਤੇ ਜਿਹੜੀ ਉਹ ਚਾੜ ਦਿੱਤੀ ਸੀ। ਪਰਸੋਂ ਦੀ ਜਿਹੜੀ ਇਹ ਗੱਲ ਆ, ਜਿਸ ਦੇ ਵਿੱਚ ਕਈ ਲੋਕ ਜਿਹੜੇ ਉਹ ਜ਼ਖਮੀ ਹੋਏ ਆ। ਯੂਰਪ ਦੇ ਵਿੱਚ ਇਸ ਤਰੀਕੇ ਦੇ ਕਾਂਡਾਂ ਨੂੰ ਬੜੇ ਚਿਰ ਤੋਂ ਅੰਜਾਮ ਦਿੱਤਾ ਜਾ ਰਿਹਾ ਆ। ਆਪਾਂ ਵੀ ਦੇਖਿਆ ਵੀ ਸਾਲ ਦੇ ਪਹਿਲੇ ਦਿਨ ਇੱਥੇ ਵੀ ਨਿਊ ਆਰਲੀਨਸ ਦੇ ਵਿੱਚ ਇਸੇ ਹੀ ਤਰਜ਼ ਦੇ ਉੱਤੇ ਇੱਕ ਬੰਦੇ ਨੇ ਜਿਹੜਾ ਆਪਣਾ ਪਿਕਅਪ ਆ, ਨਵੇਂ ਸਾਲ ਦੀ ਜਿਹੜੇ ਲੋਕ ਇੰਜੋਏ ਕਰ ਰਹੇ ਸੀ, ਪਾਰਟੀ ਕਰ ਰਹੇ ਸੀ, ਉਹਨਾਂ ਉੱਤੇ ਜਿਹੜਾ ਆਪਣਾ ਪਿੱਕਾ ਝਾੜ ਦਿੱਤਾ ਸੀਗਾ। ਸੋ ਉੱਥੇ ਯੂਰਪੀਅਨ ਲੀਡਰਸ ਨੂੰ ਕਹਿੰਦੇ ਵੀ ਉਹ ਗੁੱਸੇ ਹੋ ਕੇ ਆਏ ਆ, ਝਿੜਕ ਕੇ ਜਿਹੜੇ ਉਹ ਆਏ ਆ ਵੀ ਭਾਈ ਤੁਸੀਂ ਆਪਣੀ ਜਿਹੜੀ ਪੋਲਿਟਿਕਸ ਆ ਉਸ ਨੂੰ ਜਿਹੜਾ ਉਹ ਠੀਕ ਕਰੋ। ਫ੍ਰੀ ਸਪੀਚ ਤੋਂ ਲੈ ਕੇ ਸਿਕਿਉਰਿਟੀ ਤੋਂ ਲੈ ਕੇ ਮਾਸ ਮਾਈਗ੍ਰੇਸ਼ਨ ਦੇ ਉੱਤੇ ਸਲਾਹਾਂ ਜਿਹੜੀਆਂ ਆ JD ਵੈਂਸ ਆਪਣੇ ਪਹਿਲੇ ਅੰਤਰਰਾਸ਼ਟਰੀ ਦੌਰੇ ਦੇ ਵਿੱਚ ਉੱਥੇ ਇਸ ਤਰੀਕੇ ਦੀ ਜਿਹੜੀ ਗੱਲਬਾਤ ਆ ਉਹ ਕਰਕੇ ਆਏ ਆ। ਉਹ ਕਹਿੰਦੇ ਵੀ ਜਿਹੜਾ ਖਤਰਾ ਆ ਉਹ ਵਿਜ਼ ਯੂਰਪ ਆ, ਨਾ ਕਿ ਰਸ਼ੀਆ ਨਹੀਂ ਤੇ ਨਾ ਹੀ ਚਾਈਨਾ ਆ, ਨਾ ਕੋਈ ਐਕਸਟਰਨਲ ਐਕਟਰ ਨਹੀਂ, ਬਲਕਿ ਤੁਹਾਡਾ ਇੰਟਰਨਲ ਜਿਹੜੇ ਇਸ਼ੂਜ਼ ਆ ਉਹਦੇ ਤੋਂ ਤੁਹਾਨੂੰ ਇਸ ਟਾਈਮ ਸਭ ਤੋਂ ਜ਼ਿਆਦਾ ਖਤਰਾ ਮਹਿਸੂਸ ਕਰਨਾ ਚਾਹੀਦਾ ਆ। ਜੀ ਬਿਲਕੁਲ। ਫੋਰਚੂਨ ਮੈਗਜ਼ੀਨ ਨੇ ਰਿਪੋਰਟ ਕਰ ਰਿਹਾ ਵੀ ਦੁਨੀਆ ਦੇ ਜਿਹੜੇ ਲੀਡਰ ਆ ਉਹ ਤਾਂ ਐਕਸਪੈਕਟ ਕਰਦੇ ਸੀ ਟਰੰਪ ਉਹਨਾਂ ਦੀ ਜਿਹੜੀ ਪੀਸ ਪਲਾਨ ਆ ਯੂਕਰੇਨ ਦੇ ਲਈ ਉਹਦੇ ਬਾਰੇ ਡਿਸਕਸ ਕਰਨਗੇ JD ਵੈਂਸ ਹੋਣੀ, ਪਰ ਬਜਾਏ ਉਸਦੇ ਇਹਨਾਂ ਨੇ ਇਮੀਗ੍ਰੇਸ਼ਨ ਦੇ ਉੱਤੇ ਤੇ ਸੈਂਸਰਸ਼ਿਪ ਦੇ ਉੱਤੇ ਜਿਹੜਾ ਲੈਕਚਰ ਦਿੱਤਾ ਹੈਗਾ। ਇਹ ਮੁਨੀਕ ਸਿਕਿਉਰਿਟੀ ਜੋ ਕਾਨਫਰੰਸ ਸੀ ਉੱਥੇ ਚੱਲ ਰਹੀ ਹੈ। 3 ਸਾਲ ਹੋ ਗਏ ਰਸ਼ੀਆ ਯੂਕਰੇਨ ਕੰਫਲਿਕਟ ਨੂੰ, ਤੇ ਯੂਕਰੇਨ ਵਾਲਿਆਂ ਨੇ ਕਹਿ ਦਿੱਤਾ ਵੀ ਜੇ ਸਾਨੂੰ ਨਹੀਂ ਇਨਵੋਲਵ ਕੀਤਾ ਗਿਆ ਤੇ ਅਸੀਂ ਸਾਡੇ ਲਈ ਉਹ ਜਿਹੜਾ ਕੋਈ ਐਗਰੀਮੈਂਟ ਲਾਗੂ ਨਹੀਂ ਹੋਊਗਾ। ਚਰਨੋਬਲ ਏਰੀਆ ਦਾ ਜਿਹੜਾ ਨਿਊਕਲੀਅਰ ਪਲਾਂਟ ਆ, ਉੱਥੇ ਇੱਕ ਡਰੋਨ ਨੇ ਸਟ੍ਰਾਈਕ ਕੀਤਾ ਆ ਤੇ ਲੱਕਲੀ ਕਿਸੇ ਤਰ੍ਹਾਂ ਦਾ ਜਿਹੜਾ ਨੁਕਸਾਨ ਨਹੀਂ ਹੋਇਆ ਹੈਗਾ। ਇਹ ਚਰਨੋਬਲ ਜਿਹੜਾ ਨਿਊਕਲੀਅਰ ਪਲਾਂਟ ਹੈਗਾ, ਇਹ ਤੁਹਾਨੂੰ ਪਤਾ ਹੀ ਆ ਵੀ ਕੁਝ ਸਮਾਂ ਪਹਿਲਾਂ, ਕਈ ਸਾਲ ਪਹਿਲਾਂ ਇੱਥੇ ਜੋ ਲੀਕ ਹੋਇਆ ਸੀ ਉਹਦੇ ਨਾਲ 30 ਤੋਂ ਵੱਧ ਲੋਕ ਮਾਰੇ ਗਏ ਸੀ ਤੇ ਬਹੁਤ ਜ਼ਿਆਦਾ ਜੋ ਨੁਕਸਾਨ ਹੋਇਆ ਸੀ। 1986 ਦੇ ਵਿੱਚ ਇਹ ਡਿਜ਼ਾਸਟਰ ਵਾਪਰਿਆ ਸੀਗਾ। ਇਹ ਥਾਂ ਜਿਹੜੀ ਰਹਿਣ ਲਾਇਕ ਨਹੀਂ ਜਿਹੜੀ ਉਹ ਰਹੀ ਸੀ। ਤੇ ਯੂਕਰੇਨ ਦਾ ਰਾਸ਼ਟਰਪਤੀ ਨੇ ਤਾਂ CCTV ਫੁਟੇਜ ਜਿਹੜੀ ਆ ਉਹ ਜਾਰੀ ਕਰਕੇ ਕਿਹਾ ਵੀ ਉਹ ਕਹਿੰਦਾ ਵੀ ਨੁਕਸਾਨ ਜਿਹੜਾ ਉਹ ਜ਼ਿਆਦਾ ਹੋਇਆ ਆ। ਇਹ ਸੀਮੈਂਟ ਦੀਆਂ ਤੇ ਇਹਨਾਂ ਨੇ ਸਟੀਲ ਦੀਆਂ ਜਿਹੜੀਆਂ ਕੰਧਾਂ ਆ ਉਸ ਸਾਈਟ ਦੇ ਆਲੇ ਦੁਆਲੇ ਉਹ ਸਾਰੀਆਂ ਹੈਗੀਆਂ ਆ। ਇਨਸਾਨੀਅਤ ਦੇ ਲਈ ਉਦੋਂ ਇੱਕ ਬਹੁਤ ਵੱਡਾ ਜਿਹੜਾ ਖਤਰਾ ਸੀ। ਯੂਰਪ
ਇੱਕਦਮ ਘਰਾਂ ਦੇ ਵਿੱਚ ਵੜ ਗਿਆ ਸੀ, ਲੋਕਾਂ ਨੂੰ ਨਹੀਂ ਸੀ ਪਤਾ ਲੱਗ ਰਿਹਾ ਵੀ ਕੀ ਜਿਹੜਾ ਉਹ ਹੋਊਗਾ ਰੇਡੀਏਸ਼ਨ ਲੈਵਲਸ ਨੂੰ ਜਿਹੜਾ ਉਹ ਲੈ ਕੇ। ਪਰ ਹੁਣ ਜਿਹੜਾ ਉਹ ਕਹਿੰਦੇ ਵੀ ਰੇਡੀਏਸ਼ਨ ਲੈਵਲਸ ਉੱਦਾਂ ਨਾਰਮਲ ਆ। ਰੂਸ ਕਹਿ ਰਿਹਾ ਵੀ ਇਹ ਸਾਡੇ ਤੇ ਇਲਜ਼ਾਮ ਲਾ ਕੇ ਜਿਹੜਾ ਇਹ ਪ੍ਰੋਵੋਕੇਸ਼ਨ ਆ, ਇਹ ਅਸੀਂ ਬਿਲਕੁਲ ਇਦਾਂ ਦਾ ਨਹੀਂ ਕੀਤਾ, ਅਸੀਂ ਕਿਸੇ ਵੀ ਜਿਹੜੇ ਨਿਊਕਲੀਅਰ ਪਲਾਂਟ ਦੇ ਨੂੰ ਜਿਹੜਾ ਆ ਉਹ ਨਿਸ਼ਾਨਾ ਨਹੀਂ ਬਣਾਉਂਦੇ। ਤੇ ਉਧਰ ਉਸਨੇ ਜਿਹੜੀ ਫੁਟੇਜ ਆ ਜ਼ੈਲੈਂਸਕੀ ਉਸਨੇ ਜਾਰੀ ਕੀਤੀ ਵੀ ਕਿਸ ਤਰੀਕੇ ਦੇ ਨਾਲ ਉਸਦੀ ਛੱਤ ਨੂੰ ਭੇਦ ਰਿਹਾ ਆ ਜਿਹੜਾ ਇਹਨਾਂ ਦਾ ਡਰੋਨ। ਜੀ ਹਰਜੋਤ ਸਿੰਘ ਜੀ। ਸੋ ਬਿਲਕੁਲ ਯੂਕਰੇਨ ਦੇ ਨਾਟੋ ਨੂੰ ਜੁਆਇਨ ਹੋਣ ਦੇ ਸੰਬੰਧ ਦੇ ਵਿੱਚ ਵੀ ਟਰੰਪ ਹੁਣੀ ਤੇ ਯੂਐਸ ਦੇ ਡਿਫੈਂਸ ਸੈਕਟਰੀ ਪੀਟ ਹੈਗਸੈਥ ਉਹਨਾਂ ਨੇ ਇਸ ਹਫ਼ਤੇ ਕਲੀਅਰਲੀ ਕਹਿ ਦਿੱਤਾ ਹੈ ਵੀ ਨਾਟੋ ਦੇ ਵਿੱਚ ਯੂਕਰੇਨ ਨਹੀਂ ਹੋਣਾ ਚਾਹੀਦਾ। ਤੇ ਈਵਨ ਇੱਥੋਂ ਤੱਕ ਵੀ ਸਟੇਟਮੈਂਟ ਦੇਤੀਆਂ ਵੀ ਜਿਹੜਾ 2014 ਤੱਕ ਦਾ ਜਿਹੜਾ ਕਬਜ਼ਾ ਕੀਤਾ ਰਸ਼ੀਆ ਵਾਲੇ ਨੇ ਉਹਦੇ ਉੱਤੇ ਵੀ ਡਿਸਕਸ਼ਨ ਨਹੀਂ ਹੋ ਸਕਦਾ। 20% ਦੇ ਕਰੀਬ ਜਿਹੜਾ ਕ੍ਰੀਮੀਆ ਦਾ ਏਰੀਆ ਆ ਉਹ ਰਸ਼ੀਆ ਵਾਲਿਆਂ ਨੇ ਆਪਣੇ ਆਲਰੇਡੀ ਕਬਜ਼ੇ ਦੇ ਵਿੱਚ ਕੀਤਾ ਹੋਇਆ ਹੈਗਾ ਆ। ਜੀਡੀ ਵੈਂਸ ਉਹਨਾਂ ਨੇ ਵਾਲ ਸਟਰੀਟ ਜਰਨਲ ਨੂੰ ਇੰਟਰਵਿਊ ਦੇ ਦੌਰਾਨ ਇਹ ਦੱਸਿਆ ਵੀ ਯੂਐਸ ਮਾਸਕੋ ਦੇ ਉੱਤੇ ਸੈਂਕਸ਼ਨਸ ਲਾਊਗਾ, ਮੇਬੀ ਮਿਲਟਰੀ ਐਕਸ਼ਨਸ, ਜੇ ਉਹ ਐਗਰੀ ਨਹੀਂ ਕਰਦੇ ਹੈਗੇ ਇਸ ਜੋ ਪੀਸ ਐਗਰੀਮੈਂਟ ਦੇ ਲਈ ਯੂਕਰੇਨ ਤੇ ਰਸ਼ੀਆ ਦੇ ਵਿੱਚ। ਜ਼ੈਲੈਂਸਕੀ ਉਹਨਾਂ ਨੇ ਇਹ ਕਿਹਾ ਵੀ ਇਸ ਐਗਰੀਮੈਂਟ ਨੂੰ ਐਕਸੈਪਟ ਨਹੀਂ ਕਰਨਗੇ ਜੇ ਉਹਨਾਂ ਨੂੰ ਵਿੱਚ ਇਨਵੋਲਵ ਨਾ ਕੀਤਾ ਗਿਆ। ਯੂਰਪ ਦੇ ਲਈ ਇਹ ਬੜਾ ਟਰਨਿੰਗ ਪੁਆਇੰਟ ਆ, ਖਾਸ ਕਰਕੇ ਫਰਾਂਸ ਤੇ ਜਰਮਨੀ ਦੇ ਲਈ। ਅਮਰੀਕਾ ਵਾਲਿਆਂ ਨੇ ਤਾਂ ਲਗਭਗ ਕਹਿ ਦਿੱਤਾ ਵੀ ਅਸੀਂ ਇਸ ਚੀਜ਼ ਦੇ ਵਿੱਚ ਨਹੀਂ ਇਨਵੋਲਵ ਹੋਣਾ, ਇਹ ਤੁਹਾਡੀ ਜਿਹੜੀ ਪ੍ਰੋਬਲਮ ਹੈਗੀ ਆ। ਇਹੀ ਜਿਹੜੀਆਂ ਸਟੇਟਮੈਂਟਸ ਉਹਨਾਂ ਨੇ ਜਾਰੀ ਕੀਤੀਆਂ ਹੈਗੀਆਂ। ਲੱਕਲੀ ਜੋ ਡਰੋਨ ਹਿੱਟ ਕੀਤਾ ਸੀ ਚਰਨੋਬਲ ਨਿਊਕਲੀਅਰ ਪਲਾਂਟ ਨੂੰ, ਉੱਥੇ ਕੋਈ ਜ਼ਿਆਦਾ ਨੁਕਸਾਨ ਨਹੀਂ ਹੋਇਆ, ਨਹੀਂ ਤਾਂ ਸਾਨੂੰ ਪਤਾ ਹੀ ਆ ਵੀ ਕਿਸ ਹਿਸਾਬ ਦੇ ਨਾਲ 1986 ਦੇ ਵਿੱਚ ਨੁਕਸਾਨ ਹੋਇਆ ਸੀ। ਇਸ ਤੋਂ ਬਿਨਾਂ ਇੱਕ ਜ਼ੈਪੋਰਿਝੀਆ ਨਿਊਕਲੀਅਰ ਪਾਵਰ ਪਲਾਂਟ ਆ ਜਿਹੜਾ ਯੂਰਪ ਦਾ ਸਭ ਤੋਂ ਵੱਡਾ, ਉਹਦੇ ਤੇ ਵੀ ਇੱਕ ਵਾਰੀ ਡਰੋਨ ਦੇ ਨਾਲ ਹਿੱਟ ਹੋਇਆ ਸੀਗਾ। ਤੇ ਹੁਣ ਅਮਰੀਕਾ ਦੇ ਜਿਹੜੇ ਫਰੈਂਡਲੀ ਮੁਲਕ ਆ, ਖਾਸ ਕਰਕੇ ਯੂਰਪ ਵਾਲੇ, ਉਹ ਬੜੇ ਔਖੇ ਆ। ਤੇ ਕੱਲ ਮੋਦੀ ਹੁਣੀ ਵੀ ਜੱਫੀਆਂ ਤਾਂ ਪਾਉਂਦੇ ਰਹੇ, ਪਰ ਜੋ ਟਰੰਪ ਹੁਣਾਂ ਨੇ ਦਿੱਤਾ ਉਹ ਤੁਹਾਡੇ ਨਾਲ ਡਿਸਕਸ ਕਰਾਂਗੇ। ਪਰ BBC ਅੱਜ ਰਿਪੋਰਟ ਕਰ ਰਿਹਾ ਵੀ ਟਰੰਪ ਹੁਣਾਂ ਨੇ ਬੈਟ ਥ੍ਰੈਟ ਰੇਜ਼ ਕੀਤੇ ਹੈਗੇ ਆ ਵੀ ਉਹ ਯੂਕੇ ਦੇ ਉੱਤੇ ਲੱਗਣਗੇ। ਸੋ ਯੂਕੇ ਵਾਲੇ ਇਸ ਗੱਲੋਂ ਬੜੇ ਹੈਰਾਨ ਵੀ ਹੁਣ ਸਾਡੇ ਉੱਤੇ ਵੀ ਜਿਹੜਾ ਆ ਇਹ ਰੈਸੀਪ੍ਰੋਕਲ ਟੈਰਿਫ ਲਾਉਣ ਜਾ ਰਹੇ ਆ। ਹਾਲਾਂਕਿ ਯੂਕੇ ਤਾਂ ਬਹੁਤ ਲੰਬੇ ਸਮੇਂ ਤੋਂ ਅਮਰੀਕਾ ਦਾ ਦੋਸਤ ਮੁਲਕ ਰਿਹਾ ਹੈ। 20% ਤੋਂ ਵੱਧ ਜਿਹੜੇ ਟੈਰਿਫਸ ਆ ਯੂਕੇ ਦੇ ਜਿਹੜੇ ਸਮਾਨ ਆ ਉਹਦੇ ਉੱਤੇ ਲੱਗਣਗੇ। ਬ੍ਰਿਟਿਸ਼ ਚੈਂਬਰ ਆਫ ਕਾਮਰਸ ਦੇ ਜਿਹੜੇ ਬਿਜ਼ਨਸ ਗਰੁੱਪਸ ਆ ਉਹਨਾਂ ਨੇ ਵਾਰਨਿੰਗ ਦਿੱਤੀ ਆ ਵੀ ਕਾਰਾਂ, ਫਾਰਮਾਸਿਊਟੀਕਲਸ, ਫੂਡ, ਡਰਿੰਕਸ, ਇਹਨਾਂ ਸਾਰਿਆਂ ਦੇ ਬਹੁਤ ਜ਼ਿਆਦਾ ਜੋ ਟੈਰਿਫ ਲੱਗੂਗਾ ਤੇ ਇਹ ਸਿਗਨੀਫਿਕੈਂਟਲੀ ਹਿੱਟ ਹੋਣਗੇ। ਸੋ ਅਲਟੀਮੇਟਲੀ ਉਹ ਸਾਰਾ ਭਾਰ ਆਪਣੇ ਜਿੱਦਾਂ ਕੰਜ਼ਿਊਮਰ ਜਿਹੜੇ ਆ ਉਹਨਾਂ ਦੇ ਉੱਤੇ ਪਊਗਾ। ਜੀ ਬਿਲਕੁਲ। ਸੋ ਰਸ਼ੀਆ ਵਾਲੇ ਇਨਫੈਕਟ ਜਿਹੜਾ ਹਰਜੋਤ ਸਿੰਘ ਜੀ ਇਹ ਸਾਰੀਆਂ ਗੱਲਾਂ ਬਾਤਾਂ ਤੋਂ ਬਿਆਨਾਂ ਤੋਂ ਬਹੁਤ ਖੁਸ਼ ਆ ਪੁਤਿਨ, ਜਦ ਉਹ ਇਦਾਂ ਦੀਆਂ ਚੀਜ਼ਾਂ ਕਹਿੰਦੇ ਵੀ ਯੂਰਪ ਦੇ ਵਿੱਚ ਰੂਸ ਤੋਂ ਜਿਹੜਾ ਉਹ ਖਤਰਾ ਨਹੀਂ ਆ। ਹੋ ਸਕਦਾ ਵੀ ਤੇਲ ਦਾ ਫਲੋ ਦੁਬਾਰਾ ਜਿਹੜਾ ਉਹਨਾਂ ਦਾ ਸ਼ੁਰੂ ਹੋਵੇ, ਜਿਸ ਦੇ ਉੱਤੇ ਰੋਕਾਂ ਉਹਨਾਂ ਨੇ ਜਿਹੜੀਆਂ ਉਹ ਲਾਈਆਂ ਸੀਗੀਆਂ। ਤੇ ਬਾਅਦ ਦੇ ਵਿੱਚ ਜਿਸ ਤਰੀਕੇ ਦੇ ਨਾਲ ਉਹ ਡੀਲ ਬਣਾ ਰਹੇ ਆ, ਉਧਰ ਜ਼ੈਲੈਂਸਕੀ ਨੇ ਇਹ ਬਿਆਨ ਦਿੱਤਾ ਸੀਗਾ ਵੀ ਕਹਿੰਦੇ ਵੀ ਮੈਨੂੰ ਉਹ ਕਿਸੇ ਵੀ ਜਿਹੜੀ ਪੀਸ ਡੀਲ ਆ ਉਹ ਮਨਜ਼ੂਰ ਨਹੀਂ ਹੈ ਜਿਹਦੇ ਵਿੱਚ ਯੂਕਰੇਨ ਨੂੰ ਸ਼ਾਮਲ ਨਹੀਂ ਕੀਤਾ ਜਾਊਗਾ। ਟਰੰਪ ਹੁਣਾਂ ਨੇ ਕੱਲ ਆਖਿਆ ਸੀਗਾ ਵੀ ਮੈਂ ਪਹਿਲੀ ਕਾਲ ਜਿਹੜੀ ਆ ਉਹ ਪੁਤਿਨ ਨੂੰ ਹੀ ਕੀਤੀ ਆ, ਜ਼ੈਲੈਂਸਕੀ ਨੂੰ ਅਜੇ ਬਾਅਦ ਦੇ ਵਿੱਚ ਜਿਹੜੀ ਉਹ ਕਰਨੀ ਆ। ਕਹਿੰਦਾ ਮੈਨੂੰ ਪਤਾ ਵੀ ਉਹ ਤਾਂ ਡੀਲ ਚਾਹੁੰਦਾ ਆ, ਪਰ ਉਸ ਤੋਂ ਬਾਅਦ ਦੇ ਵਿੱਚ ਜ਼ੈਲੈਂਸਕੀ ਦਾ ਬਿਆਨ ਇਹ ਆਇਆ ਸੀਗਾ ਵੀ ਜੇ ਤੁਸੀਂ ਸਾਡੇ ਨਾਲ ਕੋਈ ਐਗਰੀਮੈਂਟ ਬਣਾਉਂਦੇ ਆ, ਪੀਸ ਐਗਰੀਮੈਂਟ ਕੋਈ ਵੀ ਬਣਾਉਂਦੇ ਆ ਵਿਦਆਊਟ ਯੂਕਰੇਨ, ਉਸ ਨੂੰ ਅਸੀਂ ਜਿਹੜਾ ਉਹ ਅਸੈਪਟ ਨਹੀਂ ਕਰਾਂਗੇ। ਹਾਂ, ਇੱਕ ਸੈਂਕਸ਼ਨਸ ਦੀ ਗੱਲ ਜਿਹੜੀ ਜੇਡੀ ਵੈਂਸ ਉਹਨਾਂ ਨੇ ਵਾਲ ਸਟਰੀਟ ਜਰਨਲ ਦੀ ਇੱਕ ਇੰਟਰਵਿਊ ਦੇ ਨਾਲ ਉਹਨਾਂ ਦੇ ਨਾਲ ਕਰਦੇ ਹੋਏ ਜਿਹੜਾ ਉਹ ਕਿਹਾ ਆ ਵੀ ਕਹਿੰਦੇ ਵੀ ਮਾਸਕੋ ਦੇ ਉੱਤੇ ਉਹ ਸੈਂਕਸ਼ਨਸ ਲਾ ਦੇਣਗੇ ਜੇ ਉਹ ਡੀਲ ਇਸ ਦੇ ਵਿੱਚ ਪੀਸ ਡੀਲ ਆ ਉਸ ਨੂੰ ਨਹੀਂ ਮੰਨਦੇ ਹੈਗੇ, ਤਾਂ ਜੋ ਜਿਹੜੀ ਕੀਵ ਦੀ ਲੌਂਗ ਟਰਮ ਇੰਡੀਪੈਂਡੈਂਸ ਆ ਉਹ ਆਜ਼ਾਦੀ ਬਰਕਰਾਰ ਜਿਹੜੀ ਉਹ ਰਵੇ। ਉਹਨਾਂ ਨੇ ਕਿਹਾ ਵੀ ਜਿਹੜੀ ਮਿਲਟਰੀ ਆਪਸ਼ਨਸ ਦੀਆਂ ਮਿਲਟਰੀ ਆਪਸ਼ਨਸ ਆ ਉਹ ਟੇਬਲ ਦੇ ਉੱਤੇ ਰਹਿਣਗੀਆਂ, ਜੋ ਕਿ ਟਰੰਪ ਹੁਣਾਂ ਨੇ ਟੋਟਲੀ ਇਸ ਤੇ ਉਲਟ ਗੱਲ ਕੀਤੀ ਆ ਵੀ ਆਪਾਂ ਲੜਨਾ ਜਿਹੜਾ ਆ
ਉਹ ਕਿਸੇ ਦੇ ਨਾਲ ਵੀ ਨਹੀਂ ਹੈਗਾ। ਉਹ ਵੱਖਰੀ ਗੱਲ ਆ, ਉਹ ਹਮਾਸ ਨੂੰ ਲੈ ਕੇ ਉਸ ਨੂੰ ਉਹ ਕਹਿ ਦਿੰਦੇ ਆ ਵੀ ਇਜ਼ਰਾਈਲ ਵਾਲੇ ਆਲ ਹੈਲ ਵਿਲ ਬ੍ਰੇਕ ਲੂਜ਼ ਜੇ ਤੁਸੀਂ ਇਦਾਂ ਨਹੀਂ ਕੀਤਾ। ਉਧਰ ਸ਼ਨੀਚਰਵਾਰ ਦਾ ਦਿਨ ਹਰਜੋਤ ਸਿੰਘ ਜੀ ਹਮਾਸ ਵਾਲਾ ਵੀ ਆ ਰਿਹਾ ਆ 12 ਵਜੇ ਤੱਕ ਜਿਹੜਾ ਵਕਤ ਦਿੱਤਾ ਸੀਗਾ। ਸੋ ਹੁਣ ਦੇਖਦੇ ਆ ਵੀ ਉੱਥੇ ਵੀ ਅੱਗੇ ਜਾ ਕੇ ਕੀ ਬਣਦਾ ਹੈਗਾ। ਚੌਂਚ ਫੇਰੇ ਕੜਮਾਸ ਜਿਹਾ ਜਿਹੜਾ ਆ ਬਹੁਤ ਸਾਰੀਆਂ ਚੀਜ਼ਾਂ ਦਾ ਡੈਫੀਨੇਟਲੀ ਪਿਆ ਹੀ ਹੈਗਾ ਆ ਜੀ। ਆਵਾਜ਼ ਨਹੀਂ ਆ ਰਹੀ ਜੀ। ਹਮਾਸ ਵਾਲਿਆਂ ਨੇ ਕਿਹਾ ਵੀ 3 ਜਣੇ ਉਹ ਛੱਡਣ ਜਾ ਰਹੇ ਹੈਗੇ ਆ ਸ਼ਨੀਚਰਵਾਰ ਤੋਂ ਪਹਿਲਾਂ ਤੇ ਨਾਟੋ ਜਿਹੜੇ ਮੁਲਕ ਹੈਗੇ ਆ ਉਹ ਦੇ ਆਰ ਇਨ ਡਿਸਅਰੇ ਤੇ ਉਹ ਬੜੇ ਜਿੱਦਾਂ ਹੈਰਾਨ ਵੀ ਅਮਰੀਕਾ ਵਾਲਾ ਕੀ ਅਮਰੀਕਾ ਵਾਲੇ ਅਨਾਉਂਸ ਕਰ ਰਹੇ ਹੈਗੇ ਆ ਵੀ ਅਮਰੀਕਾ ਦਾ ਜਿਹੜਾ ਸਿਕਿਉਰਿਟੀ ਕੰਸਰਨ ਆ ਉਹ ਸਮਵੇਅਰ ਐਲਸ ਹੈਗਾ। ਹੈਕਸਤ ਜੋ ਡਿਫੈਂਸ ਸੈਕਟਰੀ ਆ ਉਹਨਾਂ ਨੇ ਜੋ ਯੂਕਰੇਨ ਦੇ 50 ਤੋਂ ਵੱਧ ਜੋ ਬੈਕਰਸ ਹੈਗੇ ਜਿਹੜੇ ਉਹਨਾਂ ਨੂੰ ਸਪੋਰਟ ਕਰਦੇ ਆ ਯੂਕਰੇਨ ਨੂੰ ਮੁਲਕ, ਉਹਨਾਂ ਨੂੰ ਇਹ ਬਿਆਨ ਦੇ ਕੇ ਕਾਫੀ ਜਿਹੜਾ ਹੈਰਾਨ ਕਰ ਦਿੱਤਾ ਹੈਗਾ ਵੀ ਸਾਡੀ ਜਿਹੜੀ ਪ੍ਰਾਇੋਰਟੀ ਆ ਉਹ ਹੋਰ ਹੈਗੀ ਆ, ਯੂਕਰੇਨ ਨਹੀਂ ਹੈਗੀ। ਹੁਣ 3 ਸਾਲ ਲਗਾਤਾਰ ਜਿਸ ਤਰ੍ਹਾਂ ਪ੍ਰੈਜ਼ੀਡੈਂਟ ਟਰੰਪ ਹੁਣੀ ਕਹਿੰਦੇ ਰਹਿੰਦੇ ਆ ਵੀ ਹਜ਼ਾਰਾਂ ਦੀ ਨਹੀਂ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਮਾਰੇ ਗਏ ਆ, ਵੱਡੀ ਗਿਣਤੀ 'ਚ ਫੌਜੀ ਮਾਰੇ ਗਏ ਆ ਤੇ ਦੋਨਾਂ ਪਾਸਿਆਂ ਤੇ ਉਹਨਾਂ ਨੇ ਇਹ ਕਿਹਾ ਆ ਵੀ ਕਿਸੇ ਤਰ੍ਹਾਂ ਦੀ ਵੀ ਜਿਹੜੀ ਫੌਜੀ ਇਨਵੋਲਵਮੈਂਟ ਆ ਉਹ ਅਮਰੀਕਾ ਨਹੀਂ ਹੋਊਗੀ ਤੇ ਨਾ ਹੀ ਅਮਰੀਕਾ ਵਾਲਿਆਂ ਨੂੰ ਇਸ ਇਸ਼ੂ ਤੋਂ ਕਿਸੇ ਤਰ੍ਹਾਂ ਦੀ ਥ੍ਰੈਟ ਹੈਗੀ ਆ। ਤੇ ਕਹਿੰਦੇ ਭਈ ਯੂਕਰੇਨ ਆਪਣੀ ਟੈਰੀਟਰੀ ਵਾਪਸ ਨਹੀਂ ਲੈ ਸਕਦਾ ਰਸ਼ੀਆ ਤੋਂ, ਨਾ ਹੀ ਨਾਟੋ ਨੂੰ ਜੁਆਇਨ ਕਰਨ ਦੇ ਲਈ ਅਮਰੀਕਾ ਵਾਲੇ ਕਿਸੇ ਤਰ੍ਹਾਂ ਦੀ ਯੂਕਰੇਨ ਦੀ ਸਪੋਰਟ ਕਰਨਗੇ। ਸੋ ਨੋ ਅਮਰੀਕਨ ਟਰੂਪ ਵੁੱਡ ਟੇਕ ਪਾਰਟ ਇਨ ਸੱਚ ਐਨ ਆਪਰੇਸ਼ਨ, ਇਹ ਉਹਨਾਂ ਨੇ ਕਲੀਅਰਲੀ ਕਹਿਤਾ। ਹੁਣ ਯੂਕਰੇਨ ਵਾਲਿਆਂ ਦੇ ਕੋਲ ਕੁਛ ਨਹੀਂ, ਉਹ ਬਸ ਹੁਣ ਗੋਡੇ ਟੇਕੂਗੇ ਰਸ਼ੀਆ ਦੇ ਅੱਗੇ, ਇਹੀ ਕੁਝ ਲੱਗ ਰਿਹਾ ਹੈ। ਜੀ ਜੀ ਬਿਲਕੁਲ, ਤਾਂ ਹੀ ਜਿਹੜਾ ਆ ਵਲਾਦੀਮੀਰ ਪੁਤਿਨ ਆ ਉਹ ਖੁਸ਼ ਹੋਊਗਾ ਵੀ ਚੱਲ ਆਪਣਾ ਜਿਹੜਾ ਉਹ ਸਰ ਗਿਆ, ਥਾਂ ਵੀ ਆਪਾਂ ਕਬਜ਼ੇ 'ਚ ਜਿਹੜੀ ਉਹ ਲੈ ਲਈ ਤੇ ਇਵੈਂਚੁਅਲੀ ਜਿਹੜੀ ਆ ਉਹ ਹੁਣ ਆਪਣੇ ਕੋਲ ਹੀ ਬਰਕਰਾਰ ਰਹੂਗੀ। ਐਵੇਂ ਨਹੀਂ ਅਗਲੇ ਜਿਹੜੇ ਆ ਉਹ ਜਿਹੜੀ ਗੱਲਬਾਤ ਕਰਨ ਦੇ ਲਈ ਰਾਜੀ ਵੀ ਜਿਹੜਾ ਉਹ ਹੋ ਗਿਆ। ਸਾਊਦੀ ਅਰੇਬੀਆ 'ਚ ਉਸਨੇ ਮੁਲਾਕਾਤ ਵੀ ਜਿਹੜੀ ਉਹ ਟਰੰਪ ਹੁਣਾਂ ਦੇ ਨਾਲ ਕਰਨੀ ਆ, ਕਿਉਂਕਿ ਬਾਈਡਨ ਹੋਣੀ ਤੇ ਦੂਜੇ ਜਿਹੜੇ ਉਹ ਪਹਿਲੋਂ ਇਸ ਪਾਸੇ ਨੂੰ ਕੋਈ ਹੱਥ ਪੱਲਾ ਨਹੀਂ ਸੀ ਜਿਹੜਾ ਉਹ ਫੜਾ ਰਹੇ। ਸੋ ਇਹ ਸਾਰੀਆਂ ਚੀਜ਼ਾਂ ਇਸ ਟਾਈਮ ਸਾਹਮਣੇ ਆ ਰਹੀਆਂ ਜੀ। ਤੇ ਹਰਜੋਤ ਸਿੰਘ ਜੀ, ਜੇ ਹੁਣ ਆਪਾਂ ਅੱਗੇ ਜਿਹੜੀ ਟਰੰਪ ਹੁਣਾਂ ਦੀ ਤੇ ਮੋਦੀ ਦੀ ਮੁਲਾਕਾਤ ਹੋਈ ਆ ਉਸ ਉੱਤੇ ਥੋੜੀ ਜਿਹੜੀ ਉਹ ਚਰਚਾ ਕਰਦੇ ਆ, ਥੋੜਾ ਉਹ ਗੱਲਬਾਤ ਜਿਹੜੀ ਇਸ ਦੇ ਵਿੱਚ ਕਰਦੇ ਆ ਜੀ। ਹਰਜੋਤ ਸਿੰਘ ਜੀ ਫੇਰ ਆਵਾਜ਼ ਨਹੀਂ ਆ ਰਹੀ ਤੁਹਾਡੀ। ਮੋਦੀ ਉਹਨਾਂ ਨੇ ਇੰਨਾ ਰੌਲਾ ਰੱਪਾ ਪਾਇਆ ਸੀ ਜਿੱਦਾਂ ਵਿਆਹ ਦੇ ਵਿੱਚ ਨਹੀਂ ਹੁੰਦਾ ਵੀ ਢੋਲ ਢਮੱਕਾ ਲੈ ਕੇ ਜਾਂਦੇ ਵੀ ਪਤਾ ਨਹੀਂ ਮੋਦੀ ਹੁਣੀ ਆ ਰਹੇ ਆ। ਟਰੰਪ ਹੁਣਾਂ ਨਾਲ ਦੋਸਤੀ ਬਹੁਤ ਵਧੀਆ ਹੈਗੀ ਆ, ਜੱਫੀਆਂ ਪਾ ਕੇ ਵੀ ਅਮਰੀਕਾ ਤੋਂ ਪਤਾ ਨਹੀਂ ਇੰਡੀਆ ਕੀ ਲੈ ਕੇ ਜਾਣਾ ਹੈਗਾ। ਜਿੰਨਾ ਕੁ ਝਟਕਾ ਟਰੰਪ ਹੁਣਾਂ ਨੇ ਮੋਦੀ ਹੁਣਾਂ ਨੂੰ ਦਿੱਤਾ ਹੈਗਾ ਆ, ਅੱਜ BBC ਵੀ ਕਾਫੀ ਇਸ ਸੰਬੰਧ ਦੇ ਵਿੱਚ ਰਿਪੋਰਟ ਕਰ ਰਿਹਾ ਵੀ ਮੋਦੀ ਹੁਣੀ ਆਪ ਲੈ ਕੇ ਕੀ ਗਏ ਹੈਗੇ ਆ। ਮੋਦੀ ਹੁਣਾਂ ਦਾ ਉਹੀ ਗੰਦਾ ਗੋਦੀ ਮੀਡੀਆ ਹਮੇਸ਼ਾ ਹੀ ਸਿੱਖਾਂ ਨੂੰ ਬਦਨਾਮ ਕਰਨ ਦੇ ਲਈ ਉਦਾਂ ਦੇ ਕੁਐਸਚਨ ਪੁੱਛਦਾ ਰਹਿੰਦਾ ਆ। ਖਾਲਿਸਤਾਨ ਐਲੀਮੈਂਟਸ ਇਹ ਆ ਉਹ ਆ, ਉਹ ਕੋਈ ਵੱਡਾ ਇਸ਼ੂ ਆ ਤੁਸੀਂ ਦੇਖਿਆ ਜਾਵੇ। ਸੋ ਉਹ ਟਰੰਪ ਉਹਨਾਂ ਨੇ ਜਵਾਬ ਵੀ ਨਹੀਂ ਦਿੱਤਾ। ਪਰ ਲੈ ਕੇ ਕੀ ਗਏ ਆ ਮੋਦੀ ਹੁਣੀ, ਅਮਰੀਕਾ ਵਾਲੇ ਨੇ ਪ੍ਰੈਜ਼ੀਡੈਂਟ ਟਰੰਪ ਨੇ ਉਹਨਾਂ ਨੂੰ ਫੋਰਸ ਕੀਤਾ ਆ ਮੋਦੀ ਹੁਣਾਂ ਨੂੰ ਵੀ ਭਾਈ ਤੁਹਾਨੂੰ ਹੁਣ ਆਇਲ ਜਿਹੜਾ ਹੈਗਾ ਉਹ ਅਮਰੀਕਾ ਤੋਂ ਖਰੀਦਣਾ ਪਊਗਾ। ਉਹਦੀ ਕੀਮਤ ਨਹੀਂ ਦੱਸੀ ਕਿੰਨੀ ਪ੍ਰਾਈਸ ਤੇ ਤੁਹਾਨੂੰ ਖਰੀਦਣਾ ਪਊਗਾ। ਪਿਛਲੀ ਰਸ਼ੀਆ ਤੇ ਯੂਕਰੇਨ ਦੀ ਜੰਗ ਦੇ ਦੌਰਾਨ ਬੜਾ ਸਸਤਾ ਜਿਹੜਾ ਗੈਸ ਆ ਉਹ ਖਰੀਦਦੇ ਰਹੇ ਆ ਇੰਡੀਆ ਵਾਲੇ ਰਸ਼ੀਆ ਤੋਂ। ਟਰੰਪ ਉਹਨਾਂ ਨੇ ਇਹ ਵੀ ਫੋਰਸ ਕੀਤਾ ਉਹਨਾਂ ਨੂੰ ਵੀ ਤੁਹਾਨੂੰ ਅਮਰੀਕਾ ਤੋਂ ਜੈਟ ਖਰੀਦਣੇ ਪਊਗੇ, ਫਾਈਟਰ ਜੈਟਸ, ਫਰਾਂਸ ਤੋਂ ਨਹੀਂ। ਟਰੰਪ ਉਹਨਾਂ ਨੇ ਇਹ ਵੀ ਕਿਹਾ ਆ ਵੀ ਤੁਹਾਨੂੰ ਸਾਰੇ ਇਲੀਗਲ ਇਮੀਗ੍ਰੇਟਸ ਵਾਪਸ ਲੈਣੇ ਪੈਣਗੇ। ਹੁਣ ਤੁਸੀਂ ਦੱਸੋ, ਜੇ ਤੁਹਾਡੇ ਇੱਕ ਪਾਸੇ ਤੁਸੀਂ ਕਹਿ ਰਹੇ ਆ ਵੀ ਤੁਹਾਡੀ ਬਹੁਤ ਦੋਸਤੀ ਹੈਗੀ ਆ ਪ੍ਰਾਈਮ ਮਿਨਿਸਟਰ ਮੋਦੀ ਉਹਨਾਂ ਦੇ ਨਾਲ, ਆਪਣੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਨਾਲ, ਤੁਸੀਂ ਇੰਨੀ ਚਮਚੀ ਕਰਦੇ ਆ ਵੀ ਜੇ ਟਰੰਪ ਉਹਨਾਂ ਦਾ ਜਿਹੜਾ ਨਾਰਾ ਹੈਗਾ ਮੇਟ ਅਮਰੀਕਾ ਗ੍ਰੇਟ ਅਗੇਨ, ਤੇ ਤੁਸੀਂ ਆਪਣਾ ਮੀਗਾ ਬਣਾ ਲੈਂਦੇ ਆ ਮੇਟ ਇੰਡੀਆ ਗ੍ਰੇਟ ਅਗੇਨ, ਪਰ ਤੁਸੀਂ ਲੈ ਕੇ ਕੀ ਜਾਂਦੇ ਹੈਗੇ ਆ? ਕੁਛ ਨਹੀਂ। ਟੈਕਸ ਜੇ ਦੇਖਿਆ ਜਾਵੇ, ਜਿਹੜਾ ਰੈਸੀਪ੍ਰੋਕਲ ਟੈਕਸ ਲੱਗਣਾ ਆ ਇੰਡੀਆ ਤੇ ਸਭ ਤੋਂ ਜ਼ਿਆਦਾ ਲੱਗਣਾ ਆ। ਜਿਹੜਾ ਹੁਣ ਨਵਾਂ ਸਰਵੇ ਆਇਆ ਹੈਗਾ, ਨਵੀਂ ਰਿਪੋਰਟਸ ਆਈਆਂ ਹੈਗੀਆਂ, ਇੰਡੀਆ ਦੇ ਉੱਤੇ 38% ਲੱਗਣਾ ਆ।
ਬ੍ਰਾਜ਼ੀਲ ਤੇ 28%, ਯੂਰਪੀਅਨ ਯੂਨੀਅਨ ਤੇ 25%, ਯੂਕੇ ਤੇ 24%, ਮੈਕਸੀਕੋ ਤੇ 23%, ਕੈਨੇਡਾ ਤੇ 19%, ਕੋਰੀਆ ਤੇ 13%, ਤਾਈਵਾਨ ਤੇ 12% ਤੇ ਸਿੰਗਾਪੁਰ ਤੇ 9%। ਹੁਣ ਤੁਸੀਂ ਇੱਥੋਂ ਜਿਹੜਾ ਅੰਦਾਜ਼ਾ ਲਾ ਲਓ। ਸੋ ਇਹਨਾਂ ਨੇ ਇਹ ਕਿਹਾ ਵੀ ਜਿਹੜਾ ਤਵਾਰੂਪ ਰਾਣਾ ਕਰਕੇ ਆ, ਸ਼ਿਕਾਗੋ ਦਾ ਬਿਜ਼ਨਸਮੈਨ ਤਬਸਰ ਆ, ਰਾਣਾ, ਆਹੋ ਜੀ। ਜਿਸ ਨੂੰ 2008 ਦੇ ਵਿੱਚ ਟੈਰਰ ਅਟੈਕ ਮੁੰਬਈ ਦੇ ਵਿੱਚ ਇਹ ਕਹਿੰਦੇ ਆ ਵੀ ਇਨਵੋਲਵ ਸੀ, ਉਹ ਸਾਨੂੰ ਵਾਪਸ ਦਿੱਤਾ ਜਾਵੇ। ਤੇ ਉਹ ਟਰੰਪ ਉਹਨਾਂ ਨੇ ਕਹਿਤਾ ਵੀ ਜੇ ਉਹ ਇਦਾਂ ਦਾ ਕ੍ਰਿਮੀਨਲ ਹੈਗਾ ਉਹ ਤੁਹਾਨੂੰ ਵਾਪਸ ਦਿੱਤਾ ਜਾਊਗਾ। ਪਰ ਲੈ ਕੇ ਕੀ ਗਏ ਹੈਗੇ ਆ, ਬਹੁਤ ਸਾਰੇ ਭਾਰਤੀ ਮੂਲ ਦੇ ਲੋਕਾਂ ਨੂੰ ਆਸ ਸੀ ਵੀ ਟਰੰਪ ਹੁਣੀ ਇੱਥੇ ਆਣਗੇ, ਉਹ H1B ਵੀਜ਼ੇ ਦੇ ਉੱਤੇ ਗੱਲਬਾਤ ਕਰਨਗੇ। ਜਿਹੜੇ ਇਲੀਗਲ ਜਾਂ ਅਨਡਾਕੂਮੈਂਟਡ ਇਮੀਗ੍ਰੈਂਟਸ ਆ, ਜਿਨ੍ਹਾਂ ਨੂੰ ਕੜੀਆਂ ਲਾ ਕੇ ਵਾਪਸ ਭੇਜਿਆ ਜਾ ਰਿਹਾ ਆ, ਉਹਦੇ ਬਾਰੇ ਕੋਈ ਗੱਲਬਾਤ ਕਰਨਗੇ। ਉਹ ਉਸ ਇਸ਼ੂ ਦੇ ਤਾਂ ਕੋਈ ਕਿਸੇ ਵੀ ਅਖਬਾਰ ਨੇ, ਅੱਜ ਮੈਂ ਜਿੰਨੀਆਂ ਵੀ ਦੇਖਦਾ ਆ ਅਮਰੀਕਾ ਦੀਆਂ, ਕਿਸੇ ਵੀ ਅਖਬਾਰ ਨੇ ਦੋ ਇਸ਼ੂ ਤੇ ਕੰਮੇ ਨਹੀਂ ਕੀਤਾ, ਗੱਲੇ ਨਹੀਂ ਕੀਤੀ ਹੈਗੀ। ਬਲਕਿ ਨਵੀਂ ਰਿਪੋਰਟ ਆ ਰਹੀ ਆ ਵੀ ਇੱਕ ਹੋਰ ਜਹਾਜ਼ ਅੰਮ੍ਰਿਤਸਰ ਜਾ ਰਿਹਾ, ਜਿਹਦੇ ਚ ਕਾਫੀ ਵੱਡੀ ਗਿਣਤੀ ਚ ਪੰਜਾਬ ਦੇ ਵੀ ਲੋਕ ਆ, ਹਰਿਆਣੇ ਦੇ ਵੀ ਲੋਕ ਹੈਗੇ ਆ, ਉਹ ਉੱਤੇ ਹੀ ਜਾ ਰਿਹਾ ਹੈਗਾ। ਸੋ ਓਵਰਆਲ ਜੇ ਦੇਖਿਆ ਜਾਵੇ, ਉਹਨਾਂ ਦਾ ਜਿਹੜਾ ਸਾਰਾ ਬਹੁਤ ਲਾਮ ਲਸ਼ਕਰ ਲੈ ਕੇ, ਜਿਸ ਤਰ੍ਹਾਂ ਉਹ ਆਪਣੇ ਵੱਖ-ਵੱਖ ਮਿਨਿਸਟਰ ਨੂੰ ਲੈ ਕੇ, ਡੋਵਲ ਨੂੰ ਲੈ ਕੇ ਆਏ ਸੀ, ਉਹਦਾ ਰਿਜ਼ਲਟ ਇਹ ਦਿਖਦਾ ਆ ਵੀ ਟਰੰਪ ਹੋਣੀ ਜੋ ਬਣਾਉਣਾ ਚਾਹਦੇ ਸੀ ਉਹ ਬਿਲਕੁਲ ਉਹ ਨਹੀਂ ਬਣਾਇਆ ਆ। ਵੀ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਵੀ ਬ੍ਰਿਕ ਤਾਂ ਡੈਡ ਹੀ ਆ ਹੁਣ। ਸੋ ਜਿਸ ਨੂੰ ਇਹ ਲੈ ਕੇ ਕਹਿੰਦੇ ਸੀ ਵੀ ਅਸੀਂ ਆਪਣੀ ਕਰੰਸੀ ਬਣਾਵਾਂਗੇ। ਸੋ ਓਵਰਆਲ ਜੇ ਦੇਖਿਆ ਜਾਵੇ, ਅਮਰੀਕਾ ਜਿਹੜਾ ਆ, ਟਰੰਪ ਹੋਣਾ ਨੇ ਅਮਰੀਕਾ ਦੀ ਇਸ ਜਿਹੜੀ ਫੇਰੀ ਆ ਮੋਦੀ ਹੋਣਾ ਦੀ, ਉਹਦੇ ਵਿੱਚ ਪੂਰੀ ਤਰ੍ਹਾਂ ਉਹਨਾਂ ਨੂੰ, ਇੰਡੀਆ ਵਾਲਿਆਂ ਨੂੰ ਰਗੜਿਆ ਹੈਗਾ ਜੀ। ਬਿਲਕੁਲ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਆ ਇਸ ਦੇ ਵਿੱਚ ਕੀ ਜਿਹੜਾ ਬਣਿਆ। ਸੋ ਟਰੰਪ ਹੋਣਾ ਨੇ ਮੋਦੀ ਦੇ ਹੱਥ, ਜਿੱਦਾਂ ਪੰਜਾਬੀ 'ਚ ਕਹਿ ਦਿੰਦੇ ਨੇ, ਠੂਠਾ ਫੜਾ ਕੇ ਵਾਪਸ ਜਿਹੜਾ ਉਹ ਤੋਰ ਦਿੱਤਾ ਹੈਗਾ ਆ। ਕੱਢਣ ਪਾਉਣ ਨੂੰ ਮੋਦੀ ਨੂੰ ਇਸ ਪੂਰੇ ਦੌਰੇ ਦੇ ਵਿੱਚ ਕੁਛ ਨਹੀਂ ਆ। ਸਭ ਤੋਂ ਪ੍ਰੋਬਲਮ ਤਾਂ ਜਿਹੜੀ ਕਹਿ ਲਓ ਵੀ ਇਹ ਸੀਗੀ ਵੀ ਜਿਹੜੇ ਮੋਦੀ ਦੇ ਸਲੱਗ ਨਾਲ ਮੀਡੀਆ ਸੀਗਾ ਨਾ, ਉਹ ਦੇਖੋ ਸਵਾਲ ਕਿਹੜੇ ਪੁੱਛਣ ਦੇ ਆ ਉਹਨੂੰ, ਵੀ ਮੋਦੀ ਵਧੀਆ ਨੈਗੋਸ਼ੀਏਟਰ ਆ ਕਿ ਟਰੰਪ ਭਾਈ ਐਡੇ ਤੁਹਾਡੇ ਮੂਹਰੇ ਜਿਹੜੇ ਉਹ ਬੰਦੇ ਆਏ ਆ, ਵੀ ਤੁਸੀਂ ਉਹਨਾਂ ਨੂੰ ਪੁੱਛ ਲਓ ਵੀ ਕੀ ਉਸ ਦੇ ਵਿੱਚ ਜਿਹੜੀ ਚੀਜ਼ ਆ, ਉਹ ਚੱਜ ਦੇ ਜਿਹੜੇ ਸਵਾਲ ਆ ਉਹ ਕਰ ਲਓ। ਹੁਣ ਜਦੋਂ ਗੌਤਮ ਅਦਾਨੀ, ਜਿਹੜੇ ਅਮਰੀਕਨ ਮੀਡੀਆ ਨੇ ਇੱਕ ਨੇ ਗੌਤਮ ਅਦਾਨੀ ਬਾਰੇ ਪੁੱਛਿਆ, ਉੱਥੇ ਮੋਦੀ ਦੇ ਹਾਵ ਭਾਵ ਦੇਖਣ ਵਾਲੇ ਸੀ। ਉਹ ਹੱਥ ਦੇਖਿਆ ਸੀ ਕਿੱਦਾਂ ਜਿਹੜਾ ਉਹ ਅਖੀਰ ਦੇ ਵਿੱਚ ਮਾਰਿਆ ਸੀਗਾ। ਸੋ ਇਹ ਸਾਰੀਆਂ ਚੀਜ਼ਾਂ ਇਸ ਟਾਈਮ ਉਹਦੇ ਸਾਹਮਣੇ ਆ। ਜਦੋਂ ਅਡਾਨੀ ਦਾ ਸਵਾਲ ਉਹਨਾਂ ਨੇ ਪੁੱਛਿਆ ਸੀਗਾ ਵੀ ਹਾਂ ਭਾਈ ਉਹਦੇ ਤੇ ਤੁਸੀਂ ਕੀ ਜਿਹੜਾ ਉਹ ਕਰਨਾ ਆ, ਕਹਿੰਦੇ ਜੀ ਸਾਡੀ ਸਭਿਅਤਾ, ਸਾਡੀ ਸਿਵਲਾਈਜੇਸ਼ਨ, ਸਾਰੇ ਪਰਿਵਾਰ ਆ ਤੇ ਪਰਿਵਾਰ ਦੀਆਂ ਗੱਲਾਂ ਜਿਹੜੀਆਂ ਅਸੀਂ ਇਸ ਤਰੀਕੇ ਦੇ ਨਾਲ ਜਿਹੜੀ ਉਹ ਨਹੀਂ ਕਰਦੇ ਹੁੰਦੇ। ਸੋ ਉਹਨਾਂ ਨੂੰ ਪਤਾ ਆ ਵੀ ਕਿਉਂਕਿ ਅਮਰੀਕਾ ਦੇ ਵਿੱਚ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਕੰਮ ਕੀਤਾ ਆ, ਜਿਸ ਤਰੀਕੇ ਦੇ ਨਾਲ ਉਹਦੇ ਉੱਤੇ ਕਰਪਸ਼ਨ ਦੇ ਜਿਹੜੇ ਚਾਰਜਿਸ ਆ, ਬਰਾਈਬਰੀ ਦੇ ਜਿਹੜੇ ਚਾਰਜਿਸ ਆ, ਉਹਦੀ ਕੰਪਨੀ ਦੇ ਉੱਤੇ, ਉਹਦੇ ਉੱਤੇ ਜਿਹੜੇ ਉਹ ਆ ਰਹੇ, ਉਹਨੂੰ ਇੰਡਾਈਟ ਜਿਹੜਾ ਉਹ ਕੀਤਾ ਗਿਆ ਆ, ਉਸ ਨੂੰ ਲੈ ਕੇ ਜਿਹੜਾ ਆ ਮੋਦੀ ਪੱਲਾ ਝਾੜਦਾ ਜਿਹੜਾ ਉਹ ਨਜ਼ਰ ਆਇਆ ਹੈਗਾ ਆ। ਸੋ ਬਹੁਤ ਸਾਰੇ ਜਿਹੜੀਆਂ ਚੀਜ਼ਾਂ ਆ, ਮੋਦੀ ਨੂੰ ਹੱਥ ਦੇ ਵਿੱਚ ਕੁਝ ਖਾਸ ਜਿਹੜਾ ਉਹ ਮਿਲਿਆ ਨਹੀਂ ਆ। ਹਾਂ, ਰਸ਼ੀਆ ਦੇ ਨਾਲੋਂ ਟਰੰਪ ਹੋਣਾ ਨੇ ਕਿਤੇ ਨਾ ਕਿਤੇ ਤੋੜਨ ਦੀ ਗੱਲ ਆਖੀ ਆ। ਬੰਗਲਾਦੇਸ਼ ਦੇ ਬਾਬਤ ਸਵਾਲ ਜਿਹੜਾ ਉਹਨਾਂ ਨੇ ਡੀਪ ਸਟੇਟ ਦਾ ਪੁੱਛਿਆ ਸੀਗਾ, ਉੱਦਾਂ ਤਾਂ ਅਮਰੀਕਾ ਦੇ ਵਿੱਚ ਜਿਹੜੇ ਟਰੰਪ ਹੋਣੀ ਆ, ਅਮਰੀਕਾ ਦੀ ਡੀਪ ਸਟੇਟ ਦੇ ਉਲਟ ਤਾਂ ਜਿਹੜਾ ਉਹ ਖਾਸਾ ਬੋਲਦੇ ਰਹਿੰਦੇ ਨੇ। ਤੇ ਪਰ ਉਹਨਾਂ ਨੇ ਕਿਹਾ ਵੀ ਇਸ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ। ਪ੍ਰਾਈਮ ਮਿਨਿਸਟਰ ਮੋਦੀ ਇਸ ਬਾਰੇ ਜਿਹੜਾ ਉਹ ਜ਼ਿਆਦਾ ਜਿਹੜਾ ਇਸ ਦੇ ਬਾਰੇ ਗੱਲ ਜਿਹੜੀ ਉਹ ਕਰ ਸਕਦੇ ਹੈਗੇ ਆ। ਸੋ ਉੱਥੇ ਵੀ ਜਿਹੜੇ ਉਹਨਾਂ ਨੂੰ ਗੱਲ ਕਰਨ ਦੀ ਕੋਸ਼ਿਸ਼ ਕੀਤੀ ਵੀ ਅਮਰੀਕਾ ਨੇ ਉੱਥੇ ਤਖਤਾ ਪਲਟਾਇਆ ਆ, ਉਸ ਤੋਂ ਟਰੰਪ ਹੁਣੀ ਉੱਥੇ ਇਸ ਦੇ ਵਿੱਚ ਮੁੱਕਰ ਗਏ ਆ। ਸੋ ਟਰੰਪ ਹੁਣਾਂ ਦੀ ਇੱਕ ਜਿਹੜੀ ਚੀਜ਼ ਇਹ ਡੈਫੀਨੇਟਲੀ ਹੈਗੀ ਆ, ਉਹ ਕਿਸੇ ਨੂੰ ਚੰਗੀ ਲੱਗਦੀ ਆ, ਕਿਸੇ ਨੂੰ ਮਾੜੀ ਲੱਗਦੀ ਆ। ਕਿਸੇ ਟਾਈਮ ਉਹ ਚੰਗੀ ਲੱਗਦੀ ਆ, ਕਿਸੇ ਨੂੰ ਕਿਸੇ ਟਾਈਮ ਉਹ ਮਾੜੀ ਵੀ ਜਿਹੜੀ ਉਹ ਲੱਗ ਸਕਦੀ ਆ। ਉਹ ਆਪਣੇ ਜਿਹੜੇ ਪੁੱਛੇ ਗਏ ਸਵਾਲ ਦਾ ਉਹ ਆਪਣੇ ਹਿਸਾਬ ਦੇ ਨਾਲ ਹੀ ਜਵਾਬ ਦਿੰਦੇ, ਉਹ ਆਪਣੀ ਹੀ ਜਿਹੜੀ ਉਹ ਮਰਜ਼ੀ ਜਿਹੜੀ ਉਹ ਉਸ ਦੇ ਵਿੱਚ ਕਰਦੇ ਆ। ਤੇ ਪਰ ਇਹ ਆ ਵੀ ਮੋਦੀ ਮੀਡੀਆ ਨੇ ਟਰੰਪ ਹੁਣਾਂ ਨੂੰ ਖਾਲਿਸਤਾਨ ਦੇ ਉੱਤੇ ਜਵਾਬ ਲੈਣ ਦੀ 2-3 ਵਾਰੀ ਜਿਹੜੀ ਆ ਉਹਨਾਂ ਨੇ ਕੋਸ਼ਿਸ਼ ਜਿਹੜੀ ਉਹ ਕੀਤੀ, ਪਰ ਉਹਨਾਂ ਦਾ ਬਣਿਆ ਕੱਖ ਨਹੀਂ। ਉਹ ਸਗੋਂ ਬੇਇੱਜ਼ਤੀ ਕਰਾ ਕੇ ਜਿਹੜੇ ਉੱਥੋਂ ਦੇ ਜਿਹੜੇ ਪੱਤਰਕਾਰ ਆ, ਉਹ ਡੈਫੀਨੇਟਲੀ ਉਹਨਾਂ ਨੂੰ ਬਿਠਾ ਦਿੱਤਾ ਗਿਆ। ਕਹਿੰਦਾ ਮੈਨੂੰ ਨਹੀਂ ਤੇਰੀ ਗੱਲ ਸਮਝ ਆਉਂਦੀ। ਤੇ ਇੱਕ ਜਿਹੜੇ ਪੱਤਰਕਾਰ ਸੀ ਉਹ ਤਾਂ ਐਂ ਕਹਿ ਰਹੀ ਸੀ, ਗੱਲਾਂ ਬਾਤਾਂ ਜਿਹੜੀ ਉਹ ਕਰ ਰਹੀ ਸੀ, ਧੰਨਵਾਦ ਕਰ ਰਹੀ ਸੀ ਉਹ ਬੰਦੇ ਨੂੰ ਛੱਡਣ ਵੀ ਤੇਰਾ ਕੰਮ ਹੈਗਾ ਆ,
ਹਰ ਇੱਕ ਚੀਜ਼ ਦੇ ਵਿੱਚ ਜਿਹੜਾ ਆ ਉਹ ਤੁਹਾਡਾ ਸਵਾਲ ਪੁੱਛਣ ਦਾ ਕੰਮ ਹੁੰਦਾ ਆ। ਤੁਸੀਂ ਉਹ ਬੰਦਾ ਛੱਡਿਆ, ਬੰਦਾ ਉਹਨੂੰ ਐਕਸਟ੍ਰਾਡਾਈਟ ਕੀਤਾ, ਉਸਦੇ ਉੱਤੇ ਥੈਂਕ ਯੂ ਕਰਨ ਦਾ, ਨਾ ਕਰਨ ਦਾ, ਉਹ ਤਾਂ ਮੋਦੀ ਦਾ ਕੰਮ ਸੀਗਾ। ਸੋ ਉਹ ਮੋਦੀ ਦੇ ਜਿਹੜਾ ਮੀਡੀਆ ਆ ਉਹ ਇਸੇ ਤਰੀਕੇ ਦੇ ਨਾਲ ਸਵਾਲ ਜਿਹੜੇ ਆ ਉਹ ਬਣਾਉਣ ਦੇ ਲਈ ਤਿਆਰ ਕਰਕੇ ਜਿਹੜੇ ਲਿਆਂਦੇ ਆ, ਪਰ ਉਹਨਾਂ ਨੂੰ ਉਸ ਤਰੀਕੇ ਦਾ ਕੋਈ ਜਵਾਬ ਮਿਲਿਆ ਨਹੀਂ। ਟਰੰਪ ਹੁਣਾਂ ਨੇ ਖਾਲਿਸਤਾਨ ਸੈਪਰੇਟਿਸਟ ਦੇ ਉੱਤੇ ਜਦ ਸਵਾਲ ਪੁੱਛਿਆ ਤਾਂ ਉਹਨਾਂ ਨੇ ਜਵਾਬ ਹੀ ਜਿਹੜਾ ਆ ਉਸ ਦਾ ਨਹੀਂ ਦਿੱਤਾ ਹੈਗਾ। ਸੋ ਇਨਫੈਕਟ ਜਿੱਦਾਂ ਦਾ ਉਹ ਬਿਆਨ ਉਹ ਭਾਲਦੇ ਸੀਗੇ ਟਰੰਪ ਹੁਣਾਂ ਤੋਂ, ਉਹਨਾਂ ਨੂੰ ਬਿਲਕੁਲ ਨਹੀਂ ਮਿਲਿਆ। ਜਿਹੜੀ ਅਮਰੀਕਨ ਸਰਕਾਰ ਆ ਉਹਨਾਂ ਨੇ ਇੱਕ ਜਿਹੜਾ ਬਿਆਨ ਜ਼ਰੂਰ ਪਹਿਲਾਂ ਦੇ ਦਿੱਤਾ ਸੀਗਾ। ਜਦੋਂ ਪੰਨੂ ਦੇ ਮਾਮਲੇ ਦੇ ਵਿੱਚ ਬੈਠਿਆਂ ਉਹਨਾਂ ਨੂੰ ਸਵਾਲ ਪੁੱਛਿਆ ਗਿਆ ਸੀਗਾ ਅਮਰੀਕਨ ਅਧਿਕਾਰੀਆਂ ਨੂੰ, ਕਹਿੰਦੇ ਵੀ ਸਾਡੀ ਅਮਰੀਕੀ ਕਿਸੇ ਵੀ ਨਾਗਰਿਕ ਦੀ ਜਿਹੜੀ ਸੁਰੱਖਿਆ ਆ ਉਹ ਸਾਡੇ ਲਈ ਪ੍ਰਾਇੋਰਟੀ ਆ, ਸੋ ਉਹ ਫਸਟ ਆ। ਤੇ ਪੰਨੂ ਹੁਣਾਂ ਦੇ ਮਾਮਲੇ ਦੇ ਵਿੱਚ ਸਭ ਨੂੰ ਪਤਾ ਹੈ ਵੀ ਨਿਖਿਲ ਗੁਪਤਾ, ਵਿਕਾਸ ਯਾਦਵ, ਇਹਨਾਂ ਦਾ ਨਾਮ ਜਿਹੜਾ ਉਹ ਆ ਰਿਹਾ ਆ, ਜਿਨ੍ਹਾਂ ਨੇ ਪੰਨੂ ਹੁਣਾਂ ਨੂੰ ਮਾਰਨ ਦੇ ਲਈ ਜਿਹੜੀ ਇੱਥੇ ਸੁਪਾਰੀ ਦਿੱਤੀ ਸੀਗੀ। ਸੋ ਇਹ ਸਾਰੀਆਂ ਚੀਜ਼ਾਂ ਇਸ ਟਾਈਮ ਆਪਣੇ ਸਾਹਮਣੇ ਜਿਹੜੀਆਂ ਹੋਈਆਂ ਆ। ਸੋ ਮੋਦੀ ਹੁਣੀ, ਉਹਨਾਂ ਨੂੰ ਰਿਸੀਵ ਕਰਨ ਦੇ ਲਈ ਵੀ ਕੋਈ ਨਹੀਂ ਆਇਆ ਤੇ ਉਹ ਮੀਂਹ ਚ ਉਤਰੇ। ਹਾਂ, ਆਉਂਦਿਆਂ ਨੇ ਉਹਨਾਂ ਨੇ ਹੱਥ ਹੁੱਥ ਜ਼ਰੂਰ ਲਾਇਆ, ਹਵਾ ਨੂੰ ਜਿਹੜਾ ਉਹ ਹੱਥ ਲਾ ਕੇ ਹੈਲੋ ਜਿਹੜੀ ਉਹ ਕਰ ਦਿੱਤੀ ਹੈਗੀ ਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸੀਗੀਆਂ, ਹਾਂ ਉਹਨਾਂ ਦੇ ਜਿਹੜੇ ਪਿਛਲੱਗੂ ਆ ਉਹ ਜ਼ਰੂਰ ਉਹਨੂੰ ਰਿਸੀਵ ਕਰਨ ਜਿਹੜੇ ਭਾਰਤੀ ਆ ਉਹ ਗਏ ਹੋਣਗੇ, ਪਰ ਅਮਰੀਕੀ ਸਰਕਾਰ ਦੇ ਵਿੱਚੋਂ ਕੋਈ ਉੱਚ ਪੱਧਰ ਦੇ ਅਹੁਦੇਦਾਰ ਨੇ ਜਿਹੜਾ ਆ ਉਹ ਮੋਦੀ ਦਾ ਸਵਾਗਤ ਨਹੀਂ ਕੀਤਾ ਹੈਗਾ। ਜੀ, ਸੋ ਬਿਲਕੁਲ ਕੁਝ ਸਾਡੇ ਜਿਹੜੇ ਸਰੋਤੇ ਆ ਕਮੈਂਟ ਕਰ ਰਹੇ ਆ ਵੀ ਇਹਨਾਂ ਨੂੰ ਪਤਾ ਨਹੀਂ ਡਿਪਲੋਮੈਸੀ ਦਾ, ਐਵੇਂ ਉੱਥੇ ਬਕਵਾਸ ਕਰੀ ਜਾਂਦੇ ਆ। ਅਸੀਂ ਆਪਣੇ ਕੋਲੋਂ ਕੁਝ ਨਹੀਂ ਕਹਿ ਰਹੇ ਹੈਗੇ। ਅੱਜ ਦੀਆਂ BBC, ਨਿਊਯਾਰਕ ਟਾਈਮਜ਼, ਵਾਲ ਸਟਰੀਟ ਜਰਨਲ, ਫੋਰਚੂਨ, ਇਹ ਸਾਰੀਆਂ ਜਿਹੜੀਆਂ ਮੈਗਜ਼ੀਨ ਆ ਨਾ, ਖੋਲ ਕੇ ਦੇਖ ਲਿਓ। ਜਿਹੜੇ ਮੈਂ ਪੁਆਇੰਟ ਇੱਕ ਵਾਰੀ ਫੇਰ ਦੱਸ ਦਿੰਦਾ ਜੇ ਤੁਹਾਨੂੰ ਭੁਲੇਖਾ ਹੋਵੇ। ਟਰੰਪ ਉਹਨਾਂ ਨੇ ਮੋਦੀ ਨੂੰ ਫੋਰਸ ਕੀਤਾ ਹੈ ਵੀ ਜਿਹੜੀ ਗੈਸ ਆ, ਆਇਲ, ਉਹ USA ਤੋਂ ਖਰੀਦਣਾ ਪਊਗਾ ਤੇ ਉਹ ਮਿਲੂਗਾ ਵੀ ਹਾਈ ਪ੍ਰਾਈਸ ਤੇ। ਪ੍ਰਾਈਸ ਉਹਨੇ ਡਿਸਕਸ ਨਹੀਂ ਕੀਤੀ, ਜੋ ਰਸ਼ੀਆ ਦੀ ਪ੍ਰਾਈਸ ਉਹਦੇ ਨਾਲੋਂ ਜ਼ਿਆਦਾ। ਟਰੰਪ ਉਹਨਾਂ ਨੇ ਫੋਰਸ ਕੀਤਾ ਹੈ ਵੀ ਤੁਹਾਨੂੰ ਜਿਹੜੇ ਫਾਈਟਰ ਜੈਟ ਆ ਉਹ ਅਮਰੀਕਾ ਤੋਂ ਖਰੀਦਣੇ ਪਊਗੇ, ਫਰਾਂਸ ਤੋਂ ਨਹੀਂ। ਟਰੰਪ ਉਹਨਾਂ ਨੇ ਮੋਦੀ ਨੂੰ ਫੋਰਸ ਕੀਤਾ ਆ ਵੀ ਇਲੀਗਲ ਇਮੀਗ੍ਰੈਂਟਸ ਵਾਪਸ ਲੈਣੇ ਪਊਗੇ। ਬਾਕੀ ਜਿਹੜਾ ਰੈਸੀਪ੍ਰੋਕਲ ਟੈਰਿਫ ਲਾਇਆ ਗਿਆ, ਜਿੰਨੇ ਵੀ ਮੁਲਕ ਮੈਂ ਗਿਣਾਏ ਹੈਗੇ ਆ, ਇੰਡੀਆ, ਬ੍ਰਾਜ਼ੀਲ, ਯੂਰਪੀਅਨ ਯੂਨੀਅਨ, UK, ਮੈਕਸੀਕੋ, ਕੈਨੇਡਾ, ਕੋਰੀਆ, ਤਾਈਵਾਨ, ਸਿੰਗਾਪੁਰ, ਸਭ ਤੋਂ ਜ਼ਿਆਦਾ 29% ਇੰਡੀਆ ਦੇ ਉੱਤੇ ਲਾਇਆ ਗਿਆ ਹੈਗਾ। ਹੁਣ ਇਹਦੇ ਵਿੱਚ ਕੀ ਲੈ ਕੇ ਗਏ ਆ ਮੋਦੀ ਹੁਣੀ, ਇੱਥੋਂ ਤੁਸੀਂ ਖੁਦ ਅੰਦਾਜ਼ਾ ਜਿਹੜਾ ਲਾ ਸਕਦੇ ਹੈਗੇ। ਜੀ ਬਿਲਕੁਲ, ਹਾਂ, ਚਾਪਲੂਸੀ ਕਰਨ ਦੇ ਵਿੱਚ ਉਹ ਸ਼ੇਰ ਆ। ਤੇ ਉਹਦੇ ਵਿੱਚ ਹਾਂ ਇੱਕ ਡਿਪੋਰਟੇਸ਼ਨ ਵਾਲਾ ਜਿਹੜਾ ਫਲਾਈਟ ਵਾਲਾ ਆ ਹਰਜੋਤ ਸਿੰਘ ਜੀ, ਉਹ ਜ਼ਰੂਰ ਵਾਪਸ ਜਿਹੜੇ ਉਹ ਨਾਲ ਲੈ ਕੇ ਗਏ ਹੈਗੇ ਆ। ਸੋ ਇਹ ਹੁਣ ਕਲੀਅਰ ਹੀ ਆ ਵੀ ਇਸ ਤਰੀਕੇ ਦੇ ਨਾਲ ਆ। ਉਹਨਾਂ ਨੇ ਮੰਨ ਲਿਆ, ਪਹਿਲੋਂ ਜੈ ਸ਼ੰਕਰ ਨੇ ਇਸ ਚੀਜ਼ ਨੂੰ ਕਿਹਾ ਸੀਗਾ ਤੇ ਹੁਣ ਮੋਦੀ ਨੂੰ ਵੀ ਜਿਹੜਾ ਆ ਉਹਨਾਂ ਨੇ ਮਨਾ ਲਿਆ ਆ ਵੀ, ਕਿਉਂਕਿ ਕੱਲ ਉਹਦਾ ਜਿਹੜਾ ਬਿਆਨ ਆ ਗੈਰ ਕਾਨੂੰਨੀ ਪ੍ਰਵਾਸ ਦੇ ਉੱਤੇ ਇਹੀ ਸੀਗਾ ਵੀ ਇਹ ਚੀਜ਼ ਗਲਤ ਆ। ਉਹਨੇ ਆਪਣੇ ਆਪ ਨੂੰ ਬਚਾਉਣ ਦੀ ਜਿਹੜੀ ਉਸ ਦੇ ਵਿੱਚ ਕੋਸ਼ਿਸ਼ ਕੀਤੀ ਮੋਦੀ ਨੇ। ਜੇ ਤੁਸੀਂ ਧਿਆਨ ਨਾਲ ਉਹਦੀ ਸਟੇਟਮੈਂਟ ਨੂੰ ਜਿਹੜੀ ਉਹ ਸੁਣੋ, ਕਹਿੰਦੇ ਵੀ ਲੋਕਾਂ ਦੀ ਹਿਊਮਨ ਟ੍ਰੈਫਿਕਿੰਗ ਕਰ ਦਿੱਤੀ ਜਾਂਦੀ, ਉਹਨਾਂ ਨੂੰ ਪਤਾ ਨਹੀਂ ਹੁੰਦਾ ਵੀ ਉਹਨਾਂ ਨੂੰ ਕਿੱਥੇ ਲੈ ਕੇ ਜਾ ਰਿਹਾ ਤੇ ਉਹਨਾਂ ਨੂੰ ਅਮਰੀਕਾ ਜਿਹੜਾ ਉਹ ਛੱਡ ਆਉਂਦੇ ਆ। ਉਹ ਭਾਈ ਅਕਲ ਨੂੰ ਹੱਥ ਮਾਰ ਮੋਦੀ, ਮਾੜਾ ਜਿਹਾ ਦੇਖ ਤੇ ਸਹੀ ਵੀ ਉਹ ਭਾਰਤ ਦੇ ਹਾਲ ਕੀ ਆ। ਤੇਰੇ ਕਾਰਜਕਾਲ ਦੇ ਵਿੱਚ ਸਭ ਤੋਂ ਜ਼ਿਆਦਾ ਅਮੀਰ ਬਿਊਰੋਕਰੇਟ ਤੋਂ ਲੈ ਕੇ ਤੇ ਵੱਡੇ ਵੱਡੇ ਜਿਹੜੇ ਅਫਸਰ ਆ ਤੇ ਵੱਡੇ ਵੱਡੇ ਅਮੀਰ ਜਿਆਦਾ ਇੰਡਸਟਰੀਅਲ ਆ, ਉਹ ਸਾਰੇ ਇੰਡੀਅਨ ਨਾਗਰਿਕਤਾ ਛੱਡ ਕੇ ਬਾਕੀ ਜਿਹੜੀ ਆ ਦੁਨੀਆ ਦੇ ਹੋਰ ਮੁਲਕਾਂ ਦੀ ਨਾਗਰਿਕਤਾ ਜਿਹੜੀ ਉਹ ਲੈ ਰਹੇ ਆ। ਸੋ ਇਹਦੇ ਬਾਰੇ ਵੀ ਦੱਸੇ ਉਹ ਜਿਹੜੇ ਉੱਥੇ ਆ ਕੇ ਜਿਹੜੇ ਉਹ ਕਹਿੰਦੇ ਵੀ ਭਾਰਤ ਦੇ ਵਿੱਚ ਬਹੁਤ ਵਧੀਆ। ਭਾਈ ਅਮਰੀਕਾ ਕੀ ਕਰਦੇ ਆ, ਤੁਸੀਂ ਜਾਣੇ ਕਿਉਂ ਨਹੀਂ ਉੱਥੇ ਜਾ ਕੇ ਕਿਉਂ ਨਹੀਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕਹਿੰਦੇ ਮਾਈਨੋਰਟੀਜ਼ ਨੂੰ ਦੱਬਣ ਦਾ ਕੰਮ, ਦੋਹਰੇ ਜਿਹੜੇ ਆ ਨਾਗਰਿਕ ਦੇ ਦਰਜੇ ਦਾ ਜਿਹੜਾ ਲਿਹਾਜ਼ ਆ, ਉਸ ਤਰੀਕੇ ਦੇ ਨਾਲ ਉੱਥੇ ਜਸਟਿਸ ਸਿਸਟਮ ਦਾ ਜੋ ਉੱਥੇ ਚੱਲਦਾ ਆ, ਉਹ ਕਿਸੇ ਤੋਂ ਲੁਕਿਆ ਛਿਪਿਆ ਥੋੜੀ ਹੈਗਾ ਆ। ਸੋ ਇਹ ਸਾਰੀਆਂ ਚੀਜ਼ਾਂ ਇਹ ਆਪਣੇ ਸਾਹਮਣੇ ਆ। ਹਾਂ, ਮਚਣੇ ਬਹੁਤ ਆ, ਜਿਹੜੇ ਮੋਦੀ ਦੇ ਭਗਤ ਆ ਉਹਦੇ ਦੰਦ ਕੜੀਚਦੇ ਹੋਣੇ ਆ ਵੀ ਹੁਣ ਅਸੀਂ ਕਰੀਏ ਕੀ, ਹੋਇਆ ਕੀ ਆ। ਮੋਦੀ ਨੂੰ ਠੂਠਾ ਹੱਥ ਫੜਾ ਕੇ ਜਿਹੜਾ ਉਹ ਤੋੜ ਦਿੱਤਾ ਆ, ਹੁਣ ਬਣੂਗਾ ਕੀ ਵੀ ਉੱਥੇ ਜਾ ਕੇ ਮੂੰਹ ਕੀ ਦਿਖਾਊਗਾ ਨਾਲੇ। ਪਰ ਉਹਨੂੰ ਕਿਹੜਾ ਕੋਈ ਸ਼ਰਮ ਆਉਂਦੀ ਆ, ਉਹ ਹੈ ਹੀ ਸ਼ੁਰੂ ਤੋਂ ਹੀ ਉਦਾਂ ਦਾ ਹੀ ਆ। ਸੋ ਉਦਾਂ ਦਾ ਹੀ ਜਿਹੜਾ ਉਸਨੇ ਉਹ ਰਹਿਣਾ ਹੈਗਾ ਆ, ਉਹਨੂੰ ਕੋਈ ਬੜਾ ਫਰਕ ਜਿਹੜਾ ਨਹੀਂ ਪੈਂਦਾ। ਕੱਲ ਪ੍ਰੋਟੈਸਟ ਦੇਖਣੇ ਸੀ ਉੱਥੇ ਬਾਹਰ, ਕਿੱਡੇ ਵੱਡੇ ਵੱਡੇ ਜਿਹੜੇ ਆ ਉੱਥੇ ਜਿਹੜੇ ਉਹ ਹੋ ਰਹੇ ਸੀਗੇ। ਉਹ ਉੱਥੇ ਹਰ ਤਰ੍ਹਾਂ ਦੀ ਜਿਹੜੀ ਮਾਈਨੋਰਟੀ ਜਿਨ੍ਹਾਂ ਨੇ ਦੱਬਿਆ ਆ, ਜਿਨ੍ਹਾਂ ਨੂੰ ਦੱਬਿਆ ਗਿਆ ਆ,
ਭਾਰਤ ਦੇ ਵਿੱਚ, ਉਹ ਆ ਕੇ ਉੱਥੇ ਮੋਦੀ ਦੇ ਉਲਟ ਜਿਹੜਾ ਉੱਥੇ ਪ੍ਰੋਟੈਸਟ ਜਿਹੜਾ ਉਹ ਕਰ ਰਹੇ ਸੀਗੇ। ਸੋ ਕਲੀਅਰ ਹੀ ਆ, ਟਰੰਪ ਨੂੰ ਵੀ ਜਿਹੜਾ ਉਹ ਦਿਸਦਾ ਹੀ ਆ ਵੀ ਕਿਸ ਤਰੀਕੇ ਦੇ ਨਾਲ ਆ। ਦੇਖੋ ਹੁਸ਼ਿਆਰੀ ਕਿੱਦਾਂ ਮਾਰਨ ਦੀ ਕੋਸ਼ਿਸ਼ ਕੀਤੀ, ਜਿਹੜੇ ਮੀਡੀਆ ਨੂੰ ਉਹਨਾਂ ਨੇ ਸਿਖਾ ਕੇ ਘੱਲਿਆ ਸੀ ਨਾ, ਵੀ ਤੁਹਾਨੂੰ ਕੀ ਲੱਗਦਾ, ਕਹਿੰਦਾ ਵੀ ਇੰਡੀਆ ਵਾਲੇ ਕਿੱਦਾਂ ਦਾ ਯੋਗਦਾਨ ਪਾ ਸਕਦੇ ਆ ਜਦੋਂ ਚਾਈਨਾ ਨੂੰ ਲੈ ਕੇ ਆਉਂਦਾ ਆ, ਜਾਂ ਚਾਈਨਾ ਦੇ ਉਲਟ ਇੰਡੀਆ ਨੂੰ ਦੇਖੋ, ਕਹਿੰਦੇ ਵੀ ਤੁਸੀਂ ਕਿੱਦਾਂ ਜਿਹੜਾ ਉਹ ਕੰਮ ਕਰ ਸਕਦੇ ਆ। ਉਹ ਟਰੰਪ ਨੇ ਅੱਗੋਂ ਜਵਾਬ ਦਿੱਤਾ, ਉਹ ਕਹਿੰਦਾ ਖੜ ਜਾ ਕਾਕਾ, ਬਹਿ ਜਾ ਤੂੰ ਜਰਾ, ਤੂੰ ਐਵੇਂ ਕਿਹੜੀਆਂ ਗੱਲਾਂ ਮਾਰੀ ਜਾਂਦਾ। ਕਹਿੰਦਾ ਤੁਸੀਂ ਇਹ ਦੱਸੋ ਵੀ ਜੇ ਚੀਨ ਤੇ ਇੰਡੀਆ ਦਾ ਸਮਝੌਤਾ ਕਰਾਉਣਾ ਤਾਂ ਮੈਂ ਕਰਾ ਦਿੰਦਾ, ਤੁਹਾਡਾ ਜਿਹੜਾ ਮਸਲਾ ਜਿਹੜਾ ਉਲਝਿਆ ਫਿਰਦਾ ਉਹ ਮੈਂ ਕਰਾ ਦਿੰਦਾ। ਕਹਿੰਦਾ ਤੁਸੀਂ ਯੂਕਰੇਨ ਦੇ ਮਾਮਲੇ ਦੇ ਵਿੱਚ ਆ ਕੇ ਚੀਨ ਚ ਐਵੇਂ ਕਿਹੜੀ ਜਿਹੜੀ ਆ ਉਹ ਟੰਗ ਫਸਾਉਣ ਦੀ ਜਿਹੜੀ ਉਹ ਗੱਲ ਕਰ ਰਹੇ, ਖੜ ਜਾਓ ਜਰਾ ਤੁਸੀਂ। ਕਹਿੰਦਾ ਤੁਹਾਡਾ LAC ਦਾ ਜਿਹੜਾ ਮਸਲਾ ਹੈ ਉਹ ਜੇ ਨੈਗੋਸ਼ੀਏਸ਼ਨ ਕਰਾਉਣੀ ਹੈ ਤਾਂ ਮੈਂ ਤੇਰੀ ਜਿਹੜੀ ਸ਼ੀ ਜਿਨਪਿੰਗ ਦੇ ਨਾਲ ਕਰਾ ਦਿੰਦਾ ਆ। ਸੋ 56 ਇੰਚ ਦੀ ਜਿਸਨੇ ਉੱਥੇ ਵਾਪਸ ਸਭ ਤੋਂ ਮਾੜੀ ਗੱਲ ਤਾਂ ਉਸ ਵੇਲੇ ਹੋਈ ਰਾਜਕਨਵੀਰ ਸਿੰਘ ਜੀ, ਜਿਸ ਵੇਲੇ ਉਹਨਾਂ ਨੇ ਇਹ ਕਿਹਾ ਵੀ ਮੋਦੀ ਮੇਰੇ ਤੋਂ ਵਧੀਆ ਨੈਗੋਸ਼ੀਏਟਰ ਆ। ਟਰੰਪ ਉਹਨਾਂ ਨੇ ਇਹ ਕਿਹਾ, ਹੁਣ ਤੁਸੀਂ ਹਿਸਾਬ ਲਾ ਲਓ ਵੀ ਨੈਗੋਸ਼ੀਏਸ਼ਨ ਕਿੰਨ ਵਧੀਆ ਕੀਤੀ ਹੈਗੀ ਆ, ਹਨਾ। ਫਿਰ ਉਹਨਾਂ ਨੇ ਕਿਹਾ ਵੀ ਮੋਦੀ ਸਾਹਿਬ ਮੇਰੇ ਫਰੈਂਡ ਬਹੁਤ ਵਧੀਆ ਆ, ਪਰ ਸਾਨੂੰ ਟੈਰਿਫ ਤਾਂ ਲਾਣਾ ਹੀ ਪੈਣਾ ਆ। ਸੋ ਲਾਗੇ ਖਿਲਾਰ ਕੇ ਜੁੱਤੀਆਂ ਮਾਰੀਆਂ ਟੈਰਿਫ ਦੀਆਂ ਨਾਲ ਖਿਲਾਰ ਕੇ। ਸੋ ਇਹ ਤੋਂ ਇਹ ਆ ਵੀ ਠੀਕ ਆ, ਆਪਾਂ ਦੋਨੋਂ ਅਮਰੀਕਨ ਸਿਟੀਜ਼ਨ ਆ, ਪਰ ਅਮਰੀਕਾ ਦੇ ਲਈ ਜਿਹੜਾ ਆ ਪ੍ਰੈਜ਼ੀਡੈਂਟ ਟਰੰਪ ਹੁਣੀ ਬਹੁਤ ਵਧੀਆ ਕੀਤਾ। ਪਰ ਕਿਉਂਕਿ ਬਹੁਤ ਸਾਰੇ ਭਾਰਤੀ ਮੂਲ ਦੇ ਲੋਕ ਹੈਗੇ ਆ, ਉਹ ਹੁਣ ਵਿੱਚ ਕਈ ਲਿਖੀ ਜਾਂਦੇ, ਦੇਖੋ ਜੀ ਜਿਹੜੇ ਇਲੀਗਲ ਆਉਂਦੇ ਆ ਮੋਦੀ ਨੂੰ ਪੁੱਛ ਕੇ ਜਾਂਦੇ ਵੀ ਭਾਈ H1 ਵੀਜ਼ੇ ਤੇ ਹੀ ਬੋਲ ਲੈਂਦਾ, ਚਲੋ ਇਲੀਗਲਾਂ ਤੇ ਨਹੀਂ ਬੋਲਣਾ ਸੀ ਤਾਂ ਹੁਣ, ਕਿਉਂਕਿ ਜਿੰਨੀ ਇਲੀਗਲ ਆਉਂਦੇ ਕਿਉਂ, ਇਹ ਤਾਂ ਦੱਸ ਦੋ ਉੱਥੇ ਵੀ ਹਾਲਾਤ ਏਡੇ ਜੇ ਉੱਥੇ ਵਧੀਆ ਤੇ ਲੋਕੀ ਇਲੀਗਲ ਕਿਉਂ ਆ ਰਹੇ ਆ, ਕਿਉਂ ਭਾਰਤ ਨੂੰ ਛੱਡ ਰਹੇ ਆ। ਅਮਰੀਕਾ ਦੇ ਵਿੱਚ ਸਭ ਤੋਂ ਵੱਧ ਇਲੀਗਲ ਇਮੀਗ੍ਰੇਸ਼ਨ ਗੁਜਰਾਤ ਤੋਂ ਹੋ ਰਹੀ ਆ, ਸਭ ਤੋਂ ਜ਼ਿਆਦਾ। ਗੁਜਰਾਤ ਦੇ ਲੋਕ ਸਭ ਤੋਂ ਜ਼ਿਆਦਾ ਪੋਲੀਟੀਕਲ ਅਸਾਈਲਮ ਅਪਲਾਈ ਕਰਦੇ ਆ, ਇਹ 'ਚ ਕੋਈ ਸ਼ੱਕ ਨਹੀਂ ਵੀ ਪੰਜਾਬ ਤੋਂ ਵੀ ਆ, ਹਰਿਆਣੇ ਤੋਂ ਵੀ ਆ, ਪਰ ਨੰਬਰ ਵਾਈਜ਼ ਗੁਜਰਾਤ ਤੋਂ ਜ਼ਿਆਦੇ ਆ ਪੂਰੇ ਓਵਰਆਲ ਇੰਡੀਆ ਦੇ। ਜੇ ਗੁਜਰਾਤ ਇੰਨੀ ਵਧੀਆ ਸਟੇਟ ਆ, ਉੱਥੇ ਇੰਨੀਆਂ ਕੰਪਨੀਆਂ, ਇੰਨਾ ਕੁਛ ਆ, ਤੇ ਲੋਕ ਵਿਚਾਰੇ ਉੱਥੋਂ ਕਾਹਤੇ ਮੌਤ ਦੇ ਮੂੰਹ 'ਚ 40-40 50-50 ਲੱਖ ਰੁਪਈਆ ਲਾ ਕੇ ਆਉਂਦੇ ਹੈਗੇ ਆ। ਸੋ ਰੀਜ਼ਨ ਨਹੀਂ, ਉਹ ਜਿਹੜਾ ਵਿਕਾਸ ਦਾ ਮਾਡਲ ਉਹਨਾਂ ਨੇ ਦੁਨੀਆ ਮੁਲਕ ਭਰ ਦੇ ਵਿੱਚ ਜਿਹੜਾ ਉਹ ਵੇਚਿਆ ਮੋਦੀ ਨੇ, ਪਰ ਉਹਦੇ ਵਿਕਾਸ ਦੇ ਮਾਡਲ ਦੇ ਉਹਦੇ ਆਪਣੇ ਕਨਸਟੀਚੁਐਂਟ ਹਰਜੋਤ ਸਿੰਘ ਜੀ, ਜਿਸ ਥਾਂ ਤੋਂ ਉਹ ਜਿੱਤਦਾ ਰਿਹਾ ਆ, ਜਿੱਥੇ ਦਾ ਉਹ ਰਹਿਣ ਵਾਲਾ ਆ, ਉਸ ਹਲਕੇ ਦੇ ਵਿੱਚੋਂ ਲੋਕ ਛੱਡ ਕੇ ਜਿਹੜੇ ਉਹ ਜਾ ਰਹੇ ਆ। ਕਾਰਨ ਤਾਂ ਕੋਈ ਨਾ ਕੋਈ ਹੋਊਗੇ ਨਾ, ਜੇ ਉਹ ਕਾਰਨ ਠੀਕ ਕਰ ਦੋ ਸ਼ਾਇਦ ਕੋਈ ਵੀ ਨਾ ਜਾਵੇ। ਇੱਥੇ ਤਾਂ ਜਿਹੜੀ ਆ ਇਹ ਚੀਜ਼ ਦੀ ਜਿਹੜੀ ਇਹ ਗੱਲ ਆ, ਉਹ ਸੋਲੂਸ਼ਨ ਤਾਂ ਜਿਹੜਾ ਉਹ ਤੁਹਾਨੂੰ ਦੇਣਾ ਪੈਣਾ ਨਾ, ਪਰ ਸੋਲੂਸ਼ਨ ਨਹੀਂ ਦਿੰਦੇ, ਕਹਿੰਦੇ ਵੀ ਅਸੀਂ ਲੋਕਾਂ ਨੂੰ ਦੱਬ ਲਾਂਗੇ। ਅਜੀਤ ਡੋਵਲ ਪਿਛਲੇ ਦੀ ਯਾਦ ਆ ਹਰਜੋਤ ਸਿੰਘ ਜੀ, ਵੀ ਕਿੱਦਾਂ ਇੱਕ ਸ਼ਗੂਫਾ ਜਿਹੜਾ ਆ ਉਹਨਾਂ ਨੇ ਛੱਡਿਆ ਸੀਗਾ, ਵੀ ਨਿਖਿਲ ਗੁਪਤਾ ਨੂੰ ਛਡਾ ਕੇ ਲੈ ਗਿਆ ਜੀ ਵੀ ਜੈ ਸ਼ੰਕਰ ਵੀ ਅੱਜ ਵੀ ਕੱਲ ਵੀ ਫਿਰ ਮੋਹਰੇ ਬੈਠਾ ਹੋਇਆ ਸੀ ਜਦ ਪ੍ਰੈਸ ਕਾਨਫਰੰਸ ਜਿਹੜੀ ਉਹ ਹੋ ਰਹੀ ਸੀਗੀ। ਸੋ ਹੈ ਜਿਹੜਾ ਇਸ ਦੇ ਵਿੱਚ ਕੁਛ ਨਹੀਂ ਬਣਨਾ, ਜਿਹੜਾ ਇਹਨਾਂ ਦਾ ਕੁਛ ਨਹੀਂ ਆ ਹਾਲ ਦੀ ਘੜੀ। ਹਾਂ, ਯਾਰੀ ਨੂੰ ਜਿਹੜਾ ਉਹ ਦਿਖਾ ਜਿਹੜਾ ਉਹ ਪੂਰਾ ਰਿਹਾ ਆ ਵੀ ਮੇਰੀ ਬਹੁਤ ਯਾਰੀ ਆ ਟਰੰਪ ਹੁਣਾਂ ਦੇ ਨਾਲ, ਪਰ ਟਰੰਪ ਹੁਣਾਂ ਨੇ ਦੱਸ ਦਿੱਤਾ ਵੀ ਵੱਡਾ ਕਿਹੜਾ ਆ ਤੇ ਕੌਣ ਕਿਹਦੀ ਗੱਲ ਜਿਹੜੀ ਉਹ ਜ਼ਿਆਦਾ ਮੰਨ ਰਿਹਾ ਤੇ ਕਿਹਨੂੰ ਮਨਾਉਣੀ ਜਿਹੜੀ ਉਹ ਆਉਂਦੀ ਹੈਗੀ ਆ। ਆਪਾਂ ਇੱਕ ਬ੍ਰੇਕ ਲੈਂਦੇ ਆ, ਬ੍ਰੇਕ ਤੋਂ ਬਾਅਦ ਡਰਹਮ ਨਾਰਥ ਕੈਰੋਲੀਨਾ ਦੇ ਵਿੱਚ ਇੱਕ ਘਰਾਂ ਦੇ ਉੱਤੇ ਛਾਪਾ ਮਾਰਿਆ ਆਈਸ ਨੇ, ਤੇ ਉੱਥੋਂ ਭਾਰਤੀ ਮੂਲ ਦੇ ਲੋਕਾਂ ਨੂੰ ਅਰੈਸਟ ਕੀਤਾ ਆ, ਤੇ ਆਂਢੀ ਗੁਆਂਢੀ ਕਾਫੀ ਔਖੇ ਆ ਵੀ ਭਾਈ ਉਹਨਾਂ ਦੇ ਉੱਤੇ ਕਾਹਦੇ ਮਾਰੇ ਆ, ਤੇ ਉਹਦੇ ਬਾਰੇ ਆਪਾਂ ਡਿਸਕਸ ਕਰਾਂਗੇ।
ब्रेक तो बाद एक करी फिर आप सबका स्वागत है सोते प्रोग्राम चल रहा है जी इस टाइम अपडेट अमेरिका। हरजोत सिंह जी स्वागत है, सत श्री अकाल जी। हरजोत ਸਿੰਘ ਜੀ 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 ਅਗਲੀਆਂ ਕੁਝ ਖਬਰਾਂ ਆਪਾਂ ਜੋ ਸਾਂਝੀਆਂ ਕਰਨੀਆਂ ਹੈਗੀਆਂ ਆਈਸ ਦੇ ਨਾਲ ਰਿਲੇਟਡ। ਬਹੁਤ ਜ਼ਿਆਦਾ ਖਬਰਾਂ ਹੈਗੀਆਂ ਵੀ ਆਈਸ ਵਾਲੇ ਧੜਾ ਧੜ ਲੋਕਾਂ ਨੂੰ ਅਰੈਸਟ ਕਰ ਰਹੇ ਆ। ਇੱਕ ਡਰਹਮ
ਜੋ ਨਾਰਥ ਕੈਰੋਲੀਨਾ ਆ, ਉੱਥੋਂ ਖਬਰ ਆ ਰਹੀ ਆ ਵੀ ਆਂਢੀ ਗੁਆਂਢੀ ਨੇ ਦੱਸਿਆ ਵੀ ਇੱਕ ਸਵੇਰੇ ਉਹਨਾਂ ਦੇ ਲਾਗੇ ਜਿਹੜਾ ਘਰ ਆ ਉਹਦੇ ਵਿੱਚ ਕਾਫੀ ਜ਼ਿਆਦਾ ਪਿਕਅਪਸ ਦੇ ਵਿੱਚ ਲੋਕ ਆਏ ਤੇ ਉਹਨਾਂ ਦੇ ਕੋਲ ਗਨਸ ਸੀਗੀਆਂ, ਮਾਸਕ, ਚੇਨ, ਸਾਰਾ ਕੁਝ ਸੀਗਾ ਤੇ ਉਹਨਾਂ ਨੇ ਘਰ ਦੇ ਵਿੱਚੋਂ 3 ਜਾਣਿਆਂ ਨੂੰ ਅਰੈਸਟ ਕੀਤਾ ਹੈਗਾ ਆ। ਬਾਅਦ ਦੇ ਵਿੱਚ ਇਹ ਪਤਾ ਲੱਗਿਆ ਵੀ 3 ਜਾਣੇ ਉਹ ਭਾਰਤੀ ਮੂਲ ਦੇ ਸੀ, ਡਰਹਮ, ਨਾਰਥ ਕੈਰੋਲੀਨਾ ਚੋਂ। ਇਸੇ ਤਰ੍ਹਾਂ ਆਈਸ ਦੀਆਂ ਹੋਰ ਰਿਪੋਰਟਸ ਆ ਰਹੀਆਂ ਵੀ ਇੱਕ ਰੈਸਟੋਰੈਂਟ ਦੇ ਬਾਹਰ 2 ਵਰਕਰਸ ਨੂੰ ਨੂਪਾ ਮੈਡੀਟਰੇਨੀਅਨ ਗ੍ਰਿਲ ਕਰਕੇ ਇਹ ਰੈਸਟੋਰੈਂਟ ਆ ਰੋਚੈਸਟਰ ਦੇ ਵਿੱਚ, ਉੱਥੇ ਲੋਕਾਂ ਨੂੰ ਚੱਕਿਆ ਗਿਆ ਹੈਗਾ ਆ। ਇੱਕ ਹੋਰ ਖਬਰ ਇਹ ਆ ਰਹੀ ਆ ਵੀ ਆਈਸ ਵਾਲਿਆਂ ਨੇ ਇੱਕ ਜਗ੍ਹਾ ਬੰਦਿਆਂ ਨੂੰ ਰੋਕਿਆ ਤੇ ਉਹਨਾਂ ਦੇ ਵਿੱਚੋਂ ਇੱਕ ਜਣੇ ਦੇ ਉੱਤੇ ਹੀ ਕੋਈ DUI ਦੇ ਚਾਰ ਸੀ, ਬਾਕੀ ਜਿਹੜੇ ਆ ਉਹਨਾਂ ਸਾਰਿਆਂ ਨੂੰ ਅਰੈਸਟ ਕਰ ਲਿਆ। 2 ਜਣਿਆਂ ਨੂੰ ਉਹਨਾਂ ਨੂੰ ਇਸ ਕਰਕੇ ਅਰੈਸਟ ਕੀਤਾ ਵੀ ਤੁਸੀਂ ਇਲੀਗਲੀ ਅਮਰੀਕਾ ਦੇ ਵਿੱਚ ਐਂਟਰ ਹੋਏ ਆ। ਸੋ ਸਾਡਾ ਕਹਿਣ ਦਾ ਮਤਲਬ ਇਹ ਆ ਵੀ ਜਿਸ ਤਰ੍ਹਾਂ ਸਟੇਟਮੈਂਟਸ ਆ ਰਹੀਆਂ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਵੀ ਨਹੀਂ ਭਾਈ ਅਸੀਂ ਜੋ ਕ੍ਰਿਮੀਨਲ ਆ ਉਹਨਾਂ ਨੂੰ ਅਰੈਸਟ ਕਰ ਰਹੇ ਆ, ਪਰ ਜਿਸ ਹਿਸਾਬ ਦੇ ਨਾਲ ਵਾਈਟ ਹਾਊਸ ਦੀ ਪ੍ਰੈਸ ਸੈਕਟਰੀ ਨੂੰ ਜਦੋਂ ਇੱਕ ਕੁਐਸਚਨ ਪੁੱਛਿਆ ਗਿਆ ਸੀ, ਉਹਨਾਂ ਨੇ ਇਹ ਕਲੀਅਰਲੀ ਕਿਹਾ ਸੀ ਵੀ ਜੇ ਕੋਈ ਵੀ ਬੰਦਾ ਅਮਰੀਕਾ ਦੇ ਵਿੱਚ ਇਲੀਗਲੀ ਐਂਟਰ ਕਰਦਾ ਉਹ ਕ੍ਰਿਮੀਨਲ ਆ ਤੇ ਉਹਨੂੰ ਅਸੀਂ ਡਿਪੋਰਟ ਕਰਾਂਗੇ। ਸੋ ਇਦਾਂ ਦੀਆਂ ਖਬਰਾਂ ਹੁਣ ਆ ਰਹੀਆਂ, ਜੇ ਕੋਈ ਇਲੀਗਲੀ ਐਂਟਰ ਹੋਇਆ ਹੈ ਤੇ ਉਹਨੂੰ ਅਰੈਸਟ ਕਰਕੇ ਡਿਪੋਰਟ ਕਰ ਰਹੇ ਹੈਗੇ ਆ। ਹੁਣ ਹਾਲਤ ਇੱਥੋਂ ਹੋ ਗਈ ਪਈ, ਸਾਡੀ ਕੈਲੀਫੋਰਨੀਆ ਦੀ ਜਿਹੜੀ 골ਡਨ ਸਟੇਟ ਆ, ਇੱਥੇ ਦੇ ਗਵਰਨਰ ਨੇ $50 ਮਿਲੀਅਨ ਜਿਹੜਾ ਹੈ ਇੱਕ ਸਪੈਸ਼ਲ ਰੱਖਿਆ ਸੀ ਵੀ ਟਰੰਪ ਉਹਨਾਂ ਦੀਆਂ ਜਿਹੜੀਆਂ ਪਾਲਿਸੀਜ਼ ਆ ਉਹਨਾਂ ਨੂੰ ਅਸੀਂ ਫਾਈਟ ਕਰਾਂਗੇ। ਅੱਜ ਇੱਕ ਬਿੱਲ ਗਵਰਨਰ ਗੈਬਨ ਨਿਊਸਮ ਦੇ ਕੋਲ ਜਾਣਾ ਸੀ, ਅਸੈਂਬਲੀ ਬਿੱਲ 15, ਜੋ ਡੈਮੋਕ੍ਰੇਟ ਅਸੈਂਬਲੀ ਮੈਂਬਰ ਮਾਈਕ ਗਿਬਸਨ ਵੱਲੋਂ ਲਿਖਿਆ ਗਿਆ ਆ। ਉਹਦੇ ਵਿੱਚ ਇਹ ਸੀ ਵੀ ਜੋ ਜੇਲਾਂ ਆ ਉਹ ਆਈਸ ਵਾਲਿਆਂ ਨਾਲ ਕੋਆਪਰੇਟ ਨਾ ਕਰਨ, ਪਰ ਗਵਰਨਰ ਨੇ ਇਹ ਕਿਹਾ ਵੀ ਮੈਂ ਉਸ ਬਿੱਲ ਨੂੰ ਵੀਟੋ ਕਰ ਦੂੰਗਾ। ਸੋ ਉਹਨਾਂ ਨੇ ਇਹ ਕਿਹਾ ਵੀ ਮੈਂ ਜੋ ਜੇਲਾਂ ਦੇ ਵਿੱਚ ਲੋਕ ਹੈਗੇ ਆ, ਨੋ ਮੈਟਰ ਉਹਨਾਂ ਦਾ ਕ੍ਰਾਈਮ ਹੈਗਾ, ਕਿਹੜਾ ਕ੍ਰਾਈਮ ਉਹ ਚਾਰਜ ਹੋਏ ਆ ਜਾਂ ਉਹਨਾਂ ਦਾ ਕੇਸ ਚੱਲ ਰਿਹਾ ਆ, ਉੱਥੇ ਜੇ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਵਾਲੇ ਆਉਂਦੇ ਆ ਤੇ ਉਹ ਜੇਲਾਂ ਕੋਆਪਰੇਟ ਕਰਨਗੀਆਂ। ਇਹ ਗੈਬਨ ਨਿਊਸਮ ਨੇ ਅੱਜ ਸਟੇਟਮੈਂਟ ਜਾਰੀ ਕੀਤੀ ਆ। 2 ਸਾਲ ਪਹਿਲਾਂ ਵੀ ਇੱਕ ਇਦਾਂ ਦਾ ਬਿੱਲ ਆਇਆ ਸੀ 1306, ਉਸ ਨੂੰ ਵੀ ਜਿਹੜਾ ਆ ਵੀਟੋ ਕਰ ਦਿੱਤਾ ਗਿਆ ਸੀ। ਇਹ ਮੈਨੂੰ ਲੱਗਦਾ ਕਈ ਡੈਮੋਕ੍ਰੇਟਸ ਬੜੇ ਆਊਟ ਆਫ ਟੱਚ ਨੇ, ਉਹਨਾਂ ਨੂੰ ਪਤਾ ਨਹੀਂ ਆ ਵੀ ਗਰਾਊਂਡ ਦੇ ਉੱਤੇ ਰਿਐਲਿਟੀ ਜਿਹੜੀ ਉਹ ਕੀ ਹੈ ਇਸ ਮੌਕੇ ਜਿਹੜੀ ਉਹ ਚੱਲ ਰਹੀ ਆ। ਤੁਸੀਂ ਕ੍ਰਿਮੀਨਲਸ ਨੂੰ ਬਚਾ ਕੇ ਮਤਲਬ ਕੀ ਸੰਦੇਸ਼ ਕੀ ਜਿਹੜਾ ਉਹ ਦੇਣਾ ਚਾਹ ਰਹੇ ਆ? ਐਵੇਂ ਤਾਂ ਨਹੀਂ ਲੋਕ ਤੁਹਾਡੇ ਜਿਹੜੇ ਉਹ ਉਲਟ ਹੋਏ, ਐਵੇਂ ਤਾਂ ਨਹੀਂ ਜਿਹੜੇ ਡੋਨਲਡ ਟਰੰਪ ਨੂੰ ਇਸ ਵਾਰ ਸਭ ਤੋਂ ਵੱਧ ਜਿਹੜੀਆਂ ਵੋਟਾਂ ਕੈਲੀਫੋਰਨੀਆ 'ਚ ਪਹਿਲੇ ਰਿਪਬਲਿਕਨ ਕੈਂਡੀਡੇਟਸ ਦੇ ਹਿਸਾਬ ਦੇ ਨਾਲ ਪਈਆਂ, ਐਵੇਂ ਤਾਂ ਨਹੀਂ ਵੀ ਇੰਨੀਆਂ ਜਿਹੜੀਆਂ ਕਾਉਂਟੀਜ਼ ਆ ਉਹ ਫਲਿੱਪ ਹੋਈਆਂ ਜਿਸ ਦੇ ਵਿੱਚ ਟਰੰਪ ਹੋਣਾ ਨੇ ਜਿਹੜੀ ਜਿੱਤ ਪ੍ਰਾਪਤ ਕੀਤੀ ਸੀਗੀ। ਸੋ ਇਹ ਆਊਟ ਆਫ ਟੱਚ ਜਿਹੜੇ ਬਿੱਲ ਆ ਇਹ ਸਮਝ ਨਹੀਂ ਆਉਂਦੀ ਵੀ ਕੀ ਇਦਾਂ ਲੱਗਦਾ ਆ। ਹੁਣ ਲੌਬਿੰਗ ਤਾਂ ਹਰਜੋਤ ਸਿੰਘ ਜੀ ਸੁਣੀ ਵੀ ਬਿਗ ਫਾਰਮਾ ਦੀ, ਆਟੋਮੋਬਾਈਲ ਇੰਡਸਟਰੀ ਦੀ, ਇਹ ਕ੍ਰਿਮੀਨਲਸ ਦੀ ਕਿਹੜੀ ਲੌਬੀ ਜਿਹੜੀ ਉਹ ਬਣ ਗਈ ਹੈ ਵੀ ਉਹਨਾਂ ਨੂੰ ਬਚਾਉਣ ਲਈ ਜਿਹੜੇ ਆ ਉਹ ਇਦਾਂ ਦੇ ਜਿਹੜੇ ਬਿੱਲ ਆ ਉਹ ਲਿਆਈ ਜਿਹੜੇ ਉਹ ਜਾ ਰਹੇ ਹੈਗੇ ਆ। ਸੋ ਇਹ ਅਕਲ ਨੂੰ ਹੱਥ ਮਾਰਨ ਦੀ ਇਹਨਾਂ ਨੂੰ ਵੀ ਜਿਹੜੀ ਖਾਸੀ ਲੋੜ ਹੈਗੀ ਆ ਵੀ ਤੁਸੀਂ ਰਿਐਲਿਟੀ ਦੇ ਨਾਲ ਜਿਹੜਾ ਵਾਕਿਫ ਹੋ ਕੇ ਜਿਹੜਾ ਉਹ ਚੱਲੋ। ਉਧਰ ਜਿਹੜਾ ਹਰਜੋਤ ਸਿੰਘ ਜੀ ਨਿਊਯਾਰਕ ਦੇ ਵਿੱਚ ਜਿਹੜਾ ਮੇਅਰ ਐਰਿਕ ਐਡਮਜ਼ ਆ ਉਹਨੂੰ ਤਾਂ ਜੇਬ 'ਚ ਪਾ ਲਿਆ ਰਿਪਬਲਿਕਨਸ ਨੇ, ਇਦਾਂ ਹੀ ਲੱਗ ਰਿਹਾ ਆ। ਉਹ ਹੁਣ ਪੂਰਾ ਜਿਹੜਾ ਉਹ ਸਾਥ ਦੇ ਰਿਹਾ ਉਸ ਦੇ ਉੱਤੇ ਚੱਲ ਰਹੇ ਕੇਸ ਨੂੰ ਰਫਾ ਦਫਾ ਜਿਹੜਾ ਉਹ ਕਰਕੇ, ਸੇਮ ਜਿਹੜੀ ਪੋਲਿਟਿਕਸ ਕਿਤੇ ਨਾ ਕਿਤੇ ਆਪਾਂ ਨੂੰ ਜਿਹੜੀਆਂ ਭਾਰਤ ਵਰਗੇ ਮੁਲਕ ਦੇ ਵਿੱਚ ਦੇਖਣ ਨੂੰ ਮਿਲਦੀ ਆ, ਉਦਾਂ ਦੀ ਜਿਹੜੀ ਚੀਜ਼ ਆ ਉਹ ਦੇਖਣ ਨੂੰ ਮਿਲ ਰਹੀ ਆ। ਸੋ ਕਹਿੰਦੇ ਵੀ ਉਹ ਕੋਲੈਬੋਰੇਟ ਕਰਨ ਜਾ ਰਹੇ ਆ ਨਿਊਯਾਰਕ ਦੇ ਵਿੱਚ ਇਮੀਗ੍ਰੇਸ਼ਨ ਐਨਫੋਰਸਮੈਂਟ ਆ ਉਸ ਨੂੰ ਜਿਹੜਾ ਉਹ ਲੈ ਕੇ। ਸੋ ਟਰੰਪ ਦਾ ਬਾਰਡਰਸ ਆਰ ਜਿਹੜੀ ਆ ਉਹ ਉਹਨਾਂ ਨੇ ਕਹਿ ਲਓ ਵੀ ਹੁਣ ਇੱਕ ਹਿਸਾਬ ਦੇ ਨਾਲ ਬਾਹ ਮਰੋੜ ਕੇ ਜਾਂ ਕਿਸੇ ਨਾ ਕਿਸੇ ਤਰੀਕੇ ਐਰਿਕ ਐਡਮ ਆ ਉਸ ਨੂੰ ਆਪਣੇ ਨਾਲ ਮਿਲਾ ਲਿਆ ਹੈਗਾ ਆ। ਸੋ ਦੋਨਾਂ ਦੀ ਜਿਹੜੀ ਇਕੱਠਿਆਂ ਦੀ ਜਿਹੜੀ ਅਪੀਅਰੈਂਸ ਆ ਇਹ ਉਦੋਂ ਜਿਹੜੇ ਹੋਈ ਆ ਵੀ ਰਾਈਕਰ ਆਈਲੈਂਡ ਜੇਲ ਕੰਪਲੈਕਸ ਦੇ ਵਿੱਚ ਜਿਹੜੀ ਇਮੀਗ੍ਰੇਸ਼ਨ ਆਫਿਸਰਸ ਆ ਉਹਨਾਂ ਦੇ ਨਾਲ ਕੋਆਪਰੇਸ਼ਨ ਜਿਹੜੀ ਉੱਥੇ ਕੀਤੀ ਜਾਊਗੀ, ਜਦਕਿ ਉੱਥੇ ਦੇ ਵੀ ਸਿਟੀ ਦਾ ਇੱਕ 2014 ਦਾ ਲਾ ਆ ਜੋ ਕਿ ਇਸ ਚੀਜ਼ ਨੂੰ ਰੋਕਦਾ ਹੈਗਾ ਆ। ਸੋ ਦੇਖੋ ਹੁਣ ਅੱਗੇ ਇਸ ਦੇ ਵਿੱਚ ਕੀ ਜਿਹੜਾ ਉਹ ਬਣਦਾ ਹੈਗਾ। ਸੋ ਲੈਟਸ ਸੀ ਕੀ ਬਣਦਾ, ਪਰ ਬਹੁਤ ਸਾਰੇ ਥਾਵਾਂ ਦੇ ਉੱਤੇ ਜਿਹੜੀ ਇਮੀਗ੍ਰੇਸ਼ਨ ਆ ਉਹ ਸਖਤੀ ਦੇ ਨਾਲ ਅੱਗੇ ਲਗਾਤਾਰ ਵੱਧ ਰਹੀ ਆ। ਥੋੜੇ ਦਿਨ ਪਹਿਲਾਂ ਜੇ ਤੁਹਾਨੂੰ ਦੱਸਦੇ ਜਾਈਏ ਤਾਂ ਟਰੰਪ ਹੁਣੀ ਆਈਸ ਤੋਂ ਨਾਖੁਸ਼ ਸੀ, ਉਹਨਾਂ ਨੇ ਫੇਰ ਬਦਲ ਜਿਹੜੇ ਆ ਉਹਨਾਂ ਦੇ ਉਹ ਅਹੁਦੇਦਾਰੀਆਂ ਦੇ ਵਿੱਚ ਕੀਤੇ ਆ
ਕਹਿੰਦੇ ਵੀ ਜਿੰਨੇ ਤੁਸੀਂ ਲੋਕ ਰੋਜ਼ ਗ੍ਰਿਫਤਾਰ ਕਰਨੇ ਆ ਉਸ ਤੋਂ ਘੱਟ ਕਰ ਰਹੇ ਆ ਤੇ ਤੇਜ਼ੀ ਦੇ ਨਾਲ ਉਸ ਗ੍ਰਿਫਤਾਰੀ ਦੇ ਆંકੜਿਆਂ ਨੂੰ ਤੁਸੀਂ ਵਧਾਓ। ਜੀ, ਇਸੇ ਤਰ੍ਹਾਂ ਅੱਜ ਵਾਲ ਸਟਰੀਟ ਜਰਨਲ ਨੇ ਬਹੁਤ ਵੱਡਾ ਜਿਹੜਾ ਆਰਟੀਕਲ ਆ ਉਹ ਛਾਪਿਆ ਹੈਗਾ ਪਈ ਆਈਸ ਰੇਡ ਸੈਂਡ ਚਿਲ ਥਰੂ ਮਾਈਗ੍ਰੈਂਟ ਵਰਕਫੋਰਸ। ਜਿਹੜੇ ਬਾਹਰਲੇ ਮੁਲਕਾਂ ਦੇ ਲੋਕ ਇੱਥੇ ਆਏ ਆ ਉਹ ਬਹੁਤ ਘਬਰਾਏ ਹੋਏ ਆ ਆਈਸ ਦੀਆਂ ਰੇਡਸ ਤੋਂ, ਖਾਸ ਕਰਕੇ ਜਿਹੜੇ ਫੋਰਨ ਬੋਰਨ ਵਰਕਰਸ ਹੈਗੇ ਆ। ਸੋ ਪਿਛਲੇ ਦਿਨਾਂ ਦੇ ਵਿੱਚ ਸੀ ਫੂਡ ਡਿਪੂ ਇਹ ਇੱਕ ਜੋ ਸਟੋਰ ਆ ਨਿਊਯਾਰਕ ਨਿਊ ਜਰਸੀ ਦੇ ਵਿੱਚ, ਉੱਥੇ ਆਈਸ ਵਾਲਿਆਂ ਨੇ ਰੇਡ ਪਾਈ ਸੀ ਤੇ 4 ਜਿਹੜੇ ਸੀ ਅਨਡਾਕੂਮੈਂਟਡ ਇਮੀਗ੍ਰੈਂਟਸ ਉਹਨਾਂ ਨੂੰ ਅਰੈਸਟ ਕੀਤਾ ਸੀ। ਤੇ ਉਹ ਤੇ ਲਾਗੇ ਇੱਕ ਹੋਰ 버ਗਰ ਰੈਸਟੋਰੈਂਟ ਸੀ, ਉੱਥੇ ਵੀ ਉਹਨਾਂ ਨੇ ਛਾਪਾ ਮਾਰਿਆ ਸੀ, ਪਰ ਲੱਕਲੀ ਉੱਥੇ ਕੋਈ ਅਰੈਸਟ ਨਹੀਂ ਹੋਇਆ ਸੀ। ਪਰ ਹੁਣ ਬਹੁਤ ਸਾਰੇ ਜਿਹੜੇ ਰੈਸਟੋਰੈਂਟਸ ਆ, ਬਿਜ਼ਨੈਸਿਸ ਆ, ਐਗਰੀਕਲਚਰ ਦਾ ਆਪਾਂ ਤੁਹਾਨੂੰ ਕੈਲੀਫੋਰਨੀਆ 'ਚ ਦੱਸ ਚੁੱਕੇ ਹਾਂ, ਖਾਸ ਕਰਕੇ ਸੈਂਟਰਲ ਵੈਲੀ ਦੇ ਵਿੱਚ ਜਿਹੜਾ ਫਾਰਮਿੰਗ ਏਰੀਆ ਆ ਉੱਥੇ ਵਰਕਰ ਨਹੀਂ ਲੱਭ ਰਹੇ ਹੈਗੇ, ਕੰਸਟਰਕਸ਼ਨ ਕੰਪਨੀਆਂ ਨੂੰ ਵਰਕਰ ਨਹੀਂ ਲੱਭ ਰਹੇ। ਸੋ ਵਰਕਫੋਰਸ ਬਹੁਤ ਡਰੀ ਹੋਈ ਆ, ਲੋਕ ਕੰਮ ਤੇ ਨਹੀਂ ਜਾ ਰਹੇ ਅਲਟੀਮੇਟਲੀ। ਸੋ ਜਿਹੜੇ ਵਰਕਰ ਮਿਲਣੇ ਵੀ ਆ ਉਹ ਮਹਿੰਗੇ ਬਹੁਤ ਮਿਲੂਗੇ ਤੇ ਬਿਜ਼ਨੈਸਿਸ ਨੂੰ ਹਰਟ ਹੋਊਗਾ, ਆਮ ਕੰਜ਼ਿਊਮਰ ਹਰਟ ਹੋਣਗੇ, ਕਿਉਂਕਿ ਜਿਹੜੀਆਂ ਕੀਮਤਾਂ ਆ ਹੋਰ ਵੀ ਜ਼ਿਆਦਾ ਵਧਣਗੀਆਂ। ਜੀ ਬਿਲਕੁਲ। ਸਮਾਂ ਜਿਹੜਾ ਆ ਅੱਜ ਦੇ ਪ੍ਰੋਗਰਾਮ ਦਾ ਇੱਥੇ ਹੀ ਸਮਾਪਤ ਆ। ਤੇ ਇੱਕ ਵਾਰੀ ਫਿਰ ਦੱਸ ਜਾਈਏ, ਡੌਜ ਦੇ ਤਹਿਤ ਜਿਹੜੇ ਈਲਨ ਮਸਕ ਆ ਉਹਨਾਂ ਨੂੰ ਜਿਹੜੀਆਂ ਪਾਵਰਸ ਟਰੰਪ ਹੋਣਾ ਦੇ ਦੁਆਰਾ ਉਸ ਏਜੰਸੀ ਦੇ ਥਰੂ ਮਿਲੀਆਂ ਆ, ਉਹ ਲਗਾਤਾਰ ਜਿਹੜੀਆਂ ਏਜੰਸੀਜ਼ ਆ ਉਹਨਾਂ ਦੇ ਵਿੱਚ ਕੱਟ ਡਾਊਨ ਕਰ ਰਹੇ ਆ। ਹਜ਼ਾਰਾਂ ਹੀ ਜਿਹੜੇ ਲੋਕ ਆ ਉਹ ਹੁਣ ਫਾਇਰ ਹੋ ਰਹੇ ਆ। ਪ੍ਰੋਬੇਸ਼ਨ ਦੇ ਉੱਤੇ ਜਿੰਨੇ ਵੀ ਫੈਡਰਲ ਮੁਲਾਜ਼ਮ ਸੀਗੇ ਕਈ ਏਜੰਸੀਆਂ ਦੇ, ਉਹਨਾਂ ਨੂੰ ਸਾਰਿਆਂ ਨੂੰ ਲਾਂਭੇ ਜਿਹੜਾ ਉਹ ਕੀਤਾ ਜਾ ਰਿਹਾ ਹੈਗਾ ਆ। ਉਧਰ ਇੱਕ ਜਿਹੜੀ ਚੀਜ਼ ਉੱਥੇ ਆ ਰਹੀ ਹੈ ਵੀ ਟਰੰਪ ਦੀ ਜਿਹੜੀ ਚੀਫ ਆਫ ਸਟਾਫ ਆ ਸੂਜ਼ੀ ਵਾਈਲਜ਼, ਕਹਿੰਦੇ ਵੀ ਉਹਨਾਂ ਦੀ ਟੀਮ ਨੂੰ ਕਦੀ ਇਦਾਂ ਲੱਗਦਾ ਵੀ ਜਿਹੜਾ ਮਸਕ ਆ ਉਹਦਾ ਜਿਹੜਾ ਡੌਜ ਆ ਉਹ ਉਸ ਬਾਬਤ ਉਹ ਜਿਸ ਤਰੀਕੇ ਨਾਲ ਕੰਮ ਕਰ ਰਿਹਾ ਉਹਨਾਂ ਨੂੰ ਆਊਟ ਆਫ ਲੂਪ ਰੱਖਿਆ ਜਿਹੜਾ ਉਹ ਜਾ ਰਿਹਾ ਹੈਗਾ ਆ। ਸੋ ਬਿਗ ਚੇਂਜਸ ਜਿਹੜੇ ਉਹ ਆ ਰਹੇ ਆ। ਈਲਨ ਮਸਕ ਨੇ ਕੱਲ ਪਰਸੋਂ ਹੀ ਜਿਹੜਾ ਉਹ ਆਖਿਆ ਸੀਗਾ ਵੀ ਇਕੱਲਾ ਅਸੀਂ ਜਿਹੜੇ ਕੁਛ ਲੋਕ ਹੀ ਨਹੀਂ, ਏਜੰਸੀਆਂ ਛੋਟੀਆਂ ਹੀ ਨਹੀਂ ਕਰਦੀਆਂ, ਕਈ ਏਜੰਸੀਆਂ ਤੇ ਕਹਿੰਦੇ ਪੂਰੀਆਂ ਦੇ ਪੂਰੀਆਂ ਡਿਲੀਟ ਕਰਨ ਵਾਲੀਆਂ ਆ। ਸੋ ਕਹਿੰਦੇ ਵੀ ਜੇ ਛੋਟੀਆਂ ਬਹੁਤਾ ਛੱਡ ਜਾਾਂਗੇ ਤਾਂ ਉਹ ਦੁਬਾਰਾ ਖੜੀਆਂ ਹੋ ਸਕਦੀਆਂ ਆ, ਇਸ ਲਈ ਅਸੀਂ ਉਹਨਾਂ ਨੂੰ ਟੋਟਲੀ ਜਿਹੜਾ ਉਹ ਬੰਦ ਕਰਨ ਵਾਲੇ ਪਾਸੇ ਨੂੰ ਜਿਹੜਾ ਉਹ ਵੱਧ ਰਹੇ ਆ। ਸੋ ਆਉਂਦੇ ਦਿਨਾਂ ਦੇ ਵਿੱਚ ਹਜ਼ਾਰਾਂ ਹੀ ਹੋਰ ਜਿਹੜੇ ਫੈਡਰਲ EMPLOYEES ਆ ਉਹਨਾਂ ਨੂੰ ਲੇ ਆਫ ਦਾ ਸਾਹਮਣਾ ਕਰਨਾ ਪੈ ਸਕਦਾ ਹੈਗਾ ਆ। ਸੋ ਜਾਂਦੇ ਜਾਂਦੇ ਅੱਜ ਮੋਦੀ ਦੇ ਭਗਤ ਬਹੁਤ ਸਾਡੇ ਕਮੈਂਟ ਕਰ ਰਹੇ ਸੀ, ਉਹਨਾਂ ਨੂੰ ਜ਼ਰੂਰ ਹੈ ਵੀ ਭਾਈ ਸਾਡਾ ਪ੍ਰੋਗਰਾਮ ਨਾ ਸੁਣੋ, ਪਰ ਅੱਜ ਦੁਨੀਆ ਦੀਆਂ ਸਾਰੀਆਂ ਅਖਬਾਰਾਂ ਦੇਖ ਲਿਓ, ਸ਼ਰੇਆਮ ਟਰੰਪ ਹੋਣਾ ਨੇ ਮੋਦੀ ਨੂੰ ਕਿਹਾ ਵੀ ਭਾਈ ਡਾਲਰ ਨੂੰ ਤੁਸੀਂ ਚੁਣੌਤੀ ਕੀ ਦੇਣੀ ਆ, ਬ੍ਰਿਕਸ ਤੁਹਾਡਾ ਮਰ ਚੁੱਕਾ ਆ ਤੇ ਠੀਕ ਆ ਆਪਾਂ ਦੋਸਤ ਹੈਗੇ ਆ, ਟੈਕਸ ਤੁਹਾਡੇ ਤੇ ਪੂਰਾ ਲੱਗੂਗਾ। ਇਹ ਹਰ ਇੱਕ ਬ੍ਰਿਕ ਦੇ ਨਾਲ ਆਪਣਾ ਹੀ ਸਿਰ ਆਪੇ ਪਾੜ ਲਿਆ ਆ ਮੋਦੀ ਨੇ। ਹੁਣ ਵੇਖੋ ਕਿੱਥੇ ਜਾ ਕੇ ਮਲਮ ਪੱਟੀ ਜਿਹੜੀ ਉਹ ਕਰਾਉਂਦਾ ਆ। ਟਰੰਪ ਕੋ ਆਇਆ ਤਾਂ ਸੀਗਾ ਵੀ ਹਾਏ ਏਦਾਂ ਜੀ ਏਦਾਂ, ਤੇ ਉਹ ਫਿਰ ਉਹ ਗੱਲ ਬਣੀ ਨਹੀਂ, ਜਿੱਦਾਂ ਨਿਆਣਾ ਰੋਂਦਾ ਨਹੀਂ ਆਉਂਦਾ ਹੁੰਦਾ ਮੰਮੀ ਦੇ ਕੋਲ, ਹਾਂਜੀ ਮੰਮੀ ਹੁਣ ਮੈਂ ਕੀ ਕਰਾਂ। ਸੋ ਹੁਣ ਮੋਦੀ ਸ਼ਿਕਾਇਤ ਲਾਉਂਦਾ ਆਇਆ, ਪਰ ਵਾਪਸ ਜਿਹੜਾ ਝਿੜਕ ਕੇ ਕਰਤਾ ਵੀ ਤੈਨੂੰ ਅਕਲ ਨਹੀਂ ਹੈਗੀ, ਤੈਨੂੰ ਸਮਝ ਨਹੀਂ ਆਉਂਦੀ, ਤੂੰ ਇਦਾਂ ਦੇ ਪੁੱਠੇ ਕੰਮ ਕਰਦਾ ਹੀ ਕਿਉਂ ਆ। ਮੋਦੀ ਮੀਡੀਆ ਨੇ ਜਿਹੜਾ ਗੋਦੀ ਮੀਡੀਆ ਹੈ ਉਹਨਾਂ ਨੇ ਸੁਸ਼ਾਂਤ ਸਿੰਘ ਫੋਰਨ ਸੈਕਟਰੀ ਆ ਉਹਨਾਂ ਨੂੰ ਪੁੱਛਿਆ ਵੀ ਭਾਈ ਮੋਦੀ ਹੁਣੀ ਉਹ ਕੁਐਸਚਨ ਉਠਾਇਆ ਕਿ ਨਹੀਂ ਵੀ ਸਾਡੇ ਜਿਹੜੇ ਸਿਟੀਜ਼ਨ ਇੰਡੀਆ ਦੇ ਜਦੋਂ ਉਹਨਾਂ ਨੂੰ ਡਿਪੋਰਟ ਕੀਤਾ ਗਿਆ ਮਿਲਟਰੀ ਪਲੇਨ 'ਚ ਪਏ ਉਹਨਾਂ ਦੇ ਹੱਥ ਖੜੀਆਂ ਲਾਈਆਂ ਸੀ, ਸ਼ੈਕਲ ਕੀਤਾ ਸੀ, ਉਹ ਕਹਿੰਦੇ ਨਹੀਂ ਇਹ ਕੁਐਸਚਨ ਨਹੀਂ ਪੁੱਛਿਆ। ਤੇ ਹੁਣ ਵਿੱਚ ਕਈ ਕਮੈਂਟ ਕਰਦੇ ਸੀ ਵੀ ਦੇਖੋ ਜੀ ਮੋਦੀ ਨੂੰ ਪੁੱਛ ਕੇ ਗਏ ਉਹ ਅਮਰੀਕਾ ਕੈਨੇਡਾ ਨੂੰ। ਬਈ ਅੱਜ ਦੀ ਡੇਟ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਹੇਟ ਆ ਅਮਰੀਕਾ ਦੇ ਵਿੱਚ ਉਹ H1B ਲੋਕਾਂ ਦੇ ਅਗੇਂਸਟ ਆ। ਤੁਸੀਂ ਦੇਖ ਸਕਦੇ ਆ ਕਿਸੇ H1B ਵੀਜ਼ੇ ਵਾਲੇ ਬੰਦੇ ਨੂੰ ਪੁੱਛ ਕੇ ਦੇਖ ਲਿਓ, ਉਹ ਤਾਂ ਉਸ ਇਸ਼ੂ ਤੇ ਵੀ ਨਹੀਂ ਬੋਲੇ ਭਾਈ ਉਹ ਪ੍ਰੋਫੈਸ਼ਨਲ ਆ, ਇੰਜੀਨੀਅਰ ਆ, ਇੰਨਾ ਕੁਛ ਅਮਰੀਕਾ ਨੂੰ ਦੇ ਰਿਹਾ ਵੀ ਉਹਨਾਂ ਦੇ ਉੱਤੇ ਤੁਸੀਂ ਹੇਟ ਕਿਉਂ ਜਿਹੜਾ ਫੈਲਾ ਰਹੇ ਹੈਗੇ ਆ। ਸੋ ਮੀਡੀਆ ਕਰਿਆ ਕਰੋ, ਦੇਖਿਆ ਕਰੋ ਜੋ ਦੁਨੀਆ ਦੇ ਨਿਊਜ਼ਪੇਪਰ ਆ ਉਹਨਾਂ ਦੇ ਵਿੱਚ ਅਸੀਂ ਆਪਣੇ ਕੋਲੋਂ ਕੋਈ ਖਬਰ ਨਹੀਂ ਸਾਂਝੀ ਕੀਤੀ, ਇੱਕ ਵੀ ਪੁਆਇੰਟ ਆਪਣੇ ਕੋਲੋਂ ਨਹੀਂ ਦੱਸਿਆ। ਜੋ ਵੱਖ-ਵੱਖ ਟੌਪ ਨੌਚ ਦੀਆਂ ਅਖਬਾਰਾਂ ਸੀਗੀਆਂ, ਚਾਹੇ ਉਹ ਵਾਲ ਸਟਰੀਟ ਜਰਨਲ ਸੀ। ਨਾਲੇ ਹਰਜੋਤ ਸਿੰਘ ਜੀ ਰਿਐਲਿਟੀ ਹੈ, ਕੰਨ ਤੇ ਲਿਖਿਆ ਪੜ੍ਹ ਲੈਣਾ ਚਾਹੀਦਾ, ਏਡੀ ਵੀ ਜਿਹੜੀ ਕੀ ਗੱਲ ਹੈਗੀ ਹੈ। ਸੋ ਇਹ ਸਭ ਨੂੰ ਜਿਹੜਾ ਪਤਾ ਆ ਵੀ ਇਹ ਕੀ ਜਿਹੜਾ ਉੱਥੇ ਹੋਇਆ ਆ, ਕਿਵੇਂ ਜਿਹੜਾ ਸਾਰਾ ਕੁਝ ਵਾਪਰਿਆ ਆ, ਕੀ ਜਿਹੜੀਆਂ ਗੱਲਾਂ ਹੋਈਆਂ। ਚਲੋ ਕੋਈ ਨਹੀਂ, ਜੇ ਉਹਨਾਂ ਨੂੰ ਨਹੀਂ ਸਮਝ ਉਹਨਾਂ ਦੀ ਅੱਖਾਂ ਤੇ ਪੜਦਾ ਆ ਤਾਂ ਦੈਟਸ ਓਕੇ, ਉਹਦਾ ਕੁਝ ਕੀਤਾ ਨਹੀਂ ਜਾ ਸਕਦਾ। ਸੋ ਦੈਟਸ ਓਕੇ, ਕੋਈ ਗੱਲ ਨਹੀਂ। ਬਾਕੀ ਰਿਐਲਿਟੀ ਜਿਹੜੀ ਉਹ ਆਪਣੇ ਸਾਹਮਣੇ ਆ, ਆਮ ਲੋਕਾਂ ਨੂੰ ਜਿਹੜਾ ਉਹ ਦਿਸਦਾ ਆ,
ਬਾਕੀ ਜਿਹੜੀ ਆ ਦੁਨੀਆ ਆ ਉਹ ਦੇਖ ਰਹੀ ਹੈਗੀ ਆ। ਤੇ ਹਰਜੋਤ ਸਿੰਘ ਜੀ ਲੈਣੇ ਇਜਾਜ਼ਤ, ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ।